चल काम बानी सरदार दलजीत सिंह जी रिटायर्ड IAS ਜਦੋਂ ਉਹਨਾਂ ਨੇ ਦੇਖਿਆ ਕਿ ਜ਼ਮਾਨਾ ਬਹੁਤ ਬਦਲ ਗਿਆ ਹੈ, ਸਾਇੰਸ ਐਂਡ ਟੈਕਨੋਲੋਜੀ ਦੀ ਬੜੀ ਤਰੱਕੀ ਹੋ ਚੁੱਕੀ ਹੈ, ਬੱਚਿਆਂ ਦਾ ਵਿਜ਼ਨ ਬੜਾ ਬ੍ਰੌਡ ਹੋ ਗਿਆ ਤੇ ਸਾਡੀ ਜਿਹੜੀ ਪੁਰਾਣੀ ਤਰੀਕਾ ਹੈ ਗੁਰਬਾਣੀ ਨੂੰ ਇੰਟਰਪ੍ਰੈਟ ਕਰਨ ਦਾ, ਉਹ ਹੁਣ ਬੱਚਿਆਂ ਨੂੰ ਅਪੀਲ ਨਹੀਂ ਕਰ ਰਿਹਾ। ਸੋਹਣੇ ਤਰੀਕੇ ਨਾਲ ਮਾਡਰਨ ਈਡੀਅਮ ਦੇ ਵਿੱਚ ਗੁਰਬਾਣੀ ਨੂੰ ਇੰਟਰਪ੍ਰੈਟ ਕਰਨ ਦੀ ਲੋੜ ਹੈ, ਕਿਉਂਕਿ ਗੁਰਬਾਣੀ ਦਾ ਜੋ ਮੈਸੇਜ ਹੈ ਇਹ ਹਮੇਸ਼ਾ ਲਈ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਜਿਹੜੀ ਬਾਣੀ ਹੈ ਇਹ ਸ਼ੁਰੂ ਤੋਂ ਸੱਚ ਰਹੀ ਹੈ, ਅੱਗੇ ਤੋਂ ਸੱਚ ਰਹੀ ਹੈ। ਔਰ ਸੱਚ ਇਹ ਹੈ ਕਿ ਜਿਉਂ-ਜਿਉਂ ਅਸੀਂ ਇਹ ਸਟੱਡੀ ਕਰੀ ਜਾਂਦੇ ਹਾਂ ਗੁਰਬਾਣੀ ਦੀ, ਉਹ ਜ਼ਿਆਦਾ ਰਿਅਲਾਈਜ਼ ਕਰ ਰਹੇ ਹਾਂ, ਜ਼ਿਆਦਾ ਅਹਿਸਾਸ ਹੋ ਰਿਹਾ ਹੈ ਕਿ ਗੁਰਬਾਣੀ ਆਉਂਦੇ ਸਮੇਂ ਦੇ ਵਿੱਚ ਸੰਸਾਰ ਭਰ ਦੇ ਧਰਮਾਂ ਦੀ ਸਟੱਡੀ ਦਾ ਬੇਸ ਬਣ ਸਕਦੀ ਹੈ। ਜੇ ਸੰਸਾਰ ਦੇ ਵਿੱਚ ਸ਼ਾਂਤੀ ਲੈ ਕੇ ਆਉਣੀ ਹੈ, ਸੰਸਾਰ ਵਿੱਚ ਇੰਟਰ ਰਿਲੀਜੀਅਸ ਡਾਇਲੋਗ ਸ਼ੁਰੂ ਕਰਨਾ ਹੈ। ਇਸ ਵੇਲੇ ਸੰਸਾਰ ਇੱਕ ਗਲੋਬ ਬਣ ਚੁੱਕਿਆ ਹੈ, ਸਾਰਾ ਗਲੋਬ ਇੱਕ ਪਿੰਡ ਬਣ ਚੁੱਕਿਆ ਹੈ। ਸੋ ਇਸ ਪਿੰਡ ਦੇ ਵਿੱਚ ਰਹਿੰਦੇ ਬੰਦਿਆਂ ਨੇ ਜੇ ਕਿਸੇ ਵਿਚਾਰਧਾਰਕ ਥਾਂ 'ਤੇ ਕਿਸੇ ਇੱਕ ਥਾਂ 'ਤੇ ਇਕੱਠੇ ਹੋਣਾ ਹੈ ਤਾਂ ਗੁਰਬਾਣੀ ਦਾ ਜੋ ਮੈਸੇਜ ਹੈ ਉਹਦੇ ਵਿੱਚ ਬਹੁਤ ਸਹਾਈ ਹੋ ਸਕਦਾ ਹੈ। ਇਸ ਆਸ਼ੇ ਨੂੰ ਲੈ ਕੇ ਅਸੀਂ ਮੈਂ ਤੇ ਉਦੋਂ ਆਈ ਵਾਜ਼ ਨਾਟ ਇਨਵੋਲਵਡ ਵਿਦ ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਆਪਣੀ ਨੌਕਰੀ ਵਿੱਚ ਬਿਜ਼ੀ ਸੀ। ਕੁਝ ਸਾਲ ਬਾਅਦ ਮੈਨੂੰ ਇੱਥੇ ਇਨਵੋਲਵ ਕਰਨ ਦਾ ਮੌਕਾ ਮਿਲਿਆ ਆਪਣੇ ਆਪ ਨੂੰ। ਪਰ ਸਰਦਾਰ ਦਲਜੀਤ ਸਿੰਘ ਰਿਟਾਇਰਡ IAS, ਸਰਦਾਰ ਜਗਜੀਤ ਸਿੰਘ, ਪ੍ਰੋਫੈਸਰ ਜਗਜੀਤ ਸਿੰਘ ਜਿਨ੍ਹਾਂ ਨੇ ਬੜੀਆਂ ਕਿਤਾਬਾਂ ਲਿਖੀਆਂ ਨੇ, ਸਰਦਾਰ ਗੁਰਦੇਵ ਸਿੰਘ ਬਰਾੜ, ਸਰਦਾਰ ਅਸ਼ੋਕ ਸਿੰਘ ਬਾਗੜੀਆਂ, ਡਾਕਟਰ ਖੜਕ ਸਿੰਘ ਤੇ ਹੋਰ ਬਹੁਤ ਵੱਡੇ ਸ਼ਾਇਦ ਜਿਨ੍ਹਾਂ ਮੈਨੂੰ ਸਾਰਿਆਂ ਦਾ ਨਾਮ ਨਹੀਂ ਪਤਾ, ਜਿਨ੍ਹਾਂ ਨੇ ਐਕੈਡੈਮਿਕ ਖੇਤਰ ਦੇ ਵਿੱਚ ਬੜੀਆਂ ਉਚਾਈਆਂ ਛੂਹੀਆਂ ਸਨ ਅਤੇ ਸਮਾਜਿਕ ਖੇਤਰ ਵਿੱਚ, ਆਪਣੀ ਨੌਕਰੀ ਦੇ ਖੇਤਰ ਵਿੱਚ ਬਹੁਤ ਵਧੀਆ ਕਾਰਵਾਈ ਕਰਕੇ ਦਿਖਾਈ ਸੀ। ਉਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਉਹ ਵਧੀਆ ਕਾਰਵਾਈ ਇਸ ਖੇਤਰ ਵਿੱਚ ਕਰਨ ਦਾ ਫੈਸਲਾ ਕੀਤਾ ਤੇ ਰਿਜ਼ਲਟ ਸਾਡੇ ਸਾਹਮਣੇ ਹਨ। ਇੰਸਟੀਚਿਊਟ ਕਾਫੀ ਕਿਤਾਬਾਂ ਛਾਪ ਚੁੱਕਿਆ ਹੈ, ਕਿਤਾਬਾਂ ਦਾ ਸਟਾਲ ਬਾਹਰ ਲੱਗਿਆ ਹੋਇਆ ਹੈ, ਆਪ ਇਹ ਕਿਤਾਬਾਂ ਖਰੀਦ ਸਕਦੇ ਹੋ, ਇਹਦੇ ਤੋਂ ਗਿਆਨ ਪ੍ਰਾਪਤ ਕਰ ਸਕਦੇ ਹੋ। ਡਾਕਟਰ ਖੜਕ ਸਿੰਘ ਜੋ UNO ਦੇ ਵਿੱਚ ਐਗਰੀਕਲਚਰਲ ਦੀ ਜਿਹੜੀ ਹੈ ਆਈ ਡੋਂਟ ਨੋ ਉਹਦਾ ਪੂਰਾ FAO ਸੀ, FAO ਵਿੱਚ ਕੰਮ ਕੀਤਾ ਉਹਨਾਂ ਨੇ, ਸੰਸਾਰ ਭਰ ਵਿੱਚ ਵਿਚਰੇ। ਉਹਨਾਂ ਨੇ ਵੀ ਆਫਟਰ ਰਿਟਾਇਰਮੈਂਟ ਬੀੜਾ ਚੁੱਕ ਲਿਆ ਕਿ ਇਸ ਪਾਸੇ ਆਪਣਾ ਟਾਈਮ ਲਾਉਣਾ ਹੈ। ਉਹਨਾਂ ਨੇ ਦਸਵੰਧ ਹੀ ਨਹੀਂ, ਉਹਨਾਂ ਨੇ ਸਾਰੀ ਜ਼ਿੰਦਗੀ ਹੀ ਇਸ ਖੇਤਰ ਨੂੰ ਅਰਪਣ ਕੀਤੀ। ਘਰ ਉਹਨਾਂ ਦਾ ਆਫਿਸ ਬਣਿਆ ਸੀ, 24 ਘੰਟੇ ਵਿਦਵਾਨ ਉਹਨਾਂ ਦੇ ਕੋਲ ਇਕੱਠੇ ਰਹਿੰਦੇ ਸੀ। ਅਫਸੋਸ ਹੈ ਕਿ ਅੱਜ ਉਹ ਸਾਡੇ ਵਿੱਚ ਨਹੀਂ, ਪਰ ਚਲੋ ਸਰੀਰ ਦੀ ਗੱਲ ਹੈ, ਸਰੀਰ ਨੇ ਅਲਟੀਮੇਟਲੀ ਵਿਲਸਣਾ ਹੀ ਹੈ, ਜਾਣਾ ਹੀ ਹੈ, ਅਸੀਂ ਵੀ ਸਾਰਿਆਂ ਨੇ ਚਲੇ ਜਾਣਾ ਹੈ। ਪਰ ਉਹਨਾਂ ਦਾ ਇਹ ਕੀਤਾ ਹੋਇਆ ਕੰਮ ਜੇ ਅਸੀਂ ਅੱਗੇ ਵਧਾ ਸਕੀਏ ਤਾਂ ਅਸੀਂ ਸਮਝਾਂਗੇ ਕਿ ਅਸੀਂ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੇ ਹਾਂ। ਬਹੁਤ ਸਾਲ ਡਾਕਟਰ ਖੜਕ ਸਿੰਘ ਇਸ ਸੰਸਥਾ ਦੇ, ਉਹਨਾਂ ਨੇ ਪਦਵੀ ਕੋਈ ਵੀ ਨਹੀਂ ਸੰਭਾਲੀ ਪਰ ਕੰਮ ਕੀਤਾ, ਕਦੇ ਵੀ ਉਹ ਪ੍ਰਧਾਨ ਨਹੀਂ ਰਹੇ, ਇਹ ਸਭ ਤੋਂ ਕਹਿਣ ਵੱਡੀ ਗੱਲ ਹੈ। ਸਰਦਾਰ ਇੰਦਰਜੀਤ ਸਿੰਘ ਜੇਜੀ ਜਿਹੜੇ ਹਿਊਮਨ ਰਾਈਟਸ ਦੇ ਔਰ ਕਿਸਾਨਾਂ ਦੇ ਪ੍ਰਤੀ ਬੜੇ ਅੱਗੇ ਹੋ ਕੇ ਕੰਮ ਕਰ ਰਹੇ ਹਨ। ਬੀਬੀ ਦਲਜੀਤ ਕੌਰ ਜੀ, ਸਰਦਾਰ ਗਜਿੰਦਰ ਸਿੰਘ ਅੱਜ ਕੱਲ੍ਹ ਸਾਡੇ ਐਡੀਟਰ ਹਨ। ਇਹ ਸਾਰੀ ਟੀਮ ਹੈ
ਜਿਹੜੀ ਬੜੀ ਤਨਦੇਹੀ ਦੇ ਨਾਲ ਕੰਮ ਕਰ ਰਹੀ ਹੈ। ਇਸ ਪਾਸੇ ਸਾਨੂੰ ਸਪੋਰਟ ਹੈ, ਵਿਦਵਾਨਾਂ ਦੀ ਲੋੜ ਹੈ, ਵਿਦਵਾਨਾਂ ਦੀ ਸਪੋਰਟ ਦੀ, ਉਹ ਸਾਡੇ ਨਾਲ ਜੁੜਨ। ਅਸੀਂ ਪੂਰਾ ਕੰਮ ਨਹੀਂ ਕਰ ਸਕਦੇ, ਸਾਡਾ ਜੋ ਕੈਪੈਸਿਟੀ ਵੀ ਲਿਮਟਿਡ ਹੈ, ਸਾਡਾ ਟਾਈਮ ਵੀ ਲਿਮਟਿਡ ਹੈ। ਜਿੰਨੀ ਸੰਗਤ ਸਾਡੇ ਨਾਲ ਜੁੜੇਗੀ ਉਤਨਾ ਹੀ ਇਹ ਸੰਸਥਾ ਅੱਗੇ ਵਧੇਗੀ। ਸਰਦਾਰ ਅਸ਼ੋਕ ਸਿੰਘ ਬਾਗੜੀਆਂ ਇੱਥੇ ਖੜੇ ਸੀ, ਜਨਰਲ ਕਰਤਾਰ ਸਿੰਘ ਗਿੱਲ ਜਿਹੜੇ ਆਰਮੀ ਤੋਂ ਰਿਟਾਇਰ ਹੋਏ, ਉਹ ਵੀ ਐਜ਼ ਜਨਰਲ ਰਿਟਾਇਰ ਹੋਏ, ਉਹਨਾਂ ਨੇ ਵੀ ਆਪਣਾ ਪੂਰਾ ਟਾਈਮ ਲਗਾਇਆ ਹੈ। ਅੱਜ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਹਨ ਤੇ ਐਜੂਕੇਸ਼ਨ ਦੇ ਖੇਤਰ ਵਿੱਚ ਜਿੰਨਾ ਉਹ ਕੰਮ ਕਰ ਰਹੇ ਹਨ ਕਿ ਬੱਚਿਆਂ ਦੇ ਸਕਾਲਰਸ਼ਿਪ ਕਿਵੇਂ ਦਿਵਾਉਣੇ ਆ, ਉਹਨਾਂ ਨੂੰ ਅਵੇਅਰਨੈਸ ਕਿਵੇਂ ਦਿਵਾਉਣੀ ਹੈ, ਕਿਵੇਂ ਉਹਨਾਂ ਨੂੰ ਸਮਝਾਉਣਾ ਹੈ। ਸਕੂਲਾਂ ਤੇ ਕਾਲਜਾਂ ਦੇ ਨਾਲ ਹਾਈਐਸਟ ਲੈਵਲ ਤੇ ਪ੍ਰਧਾਨ, ਮੁੱਖ ਮੰਤਰੀ, ਉਪ ਮੁੱਖ ਮੰਤਰੀ, DPIs, DEO ਸਭ ਦੇ ਨਾਲ ਉਹਨਾਂ ਨੇ ਕੰਟੈਕਟ ਰੱਖਿਆ ਹੋਇਆ ਤਾਂ ਕਿ ਉਹਨਾਂ ਤੇ ਹੀ ਇਜ਼ ਐਕਟਿੰਗ ਲਾਈਕ ਏ ਵਾਚ ਡੌਗ। ਉਹ ਅਧਿਆਪਕ ਨਹੀਂ ਹਨ ਬਟ ਹੀ ਇਜ਼ ਐਕਟਿੰਗ ਲਾਈਕ ਏ ਵਾਚ ਡੌਗ ਫॉर द ਐਜੂਕੇਸ਼ਨ ਕਿ ਅਸੀਂ ਜਾਗਦੇ ਹਾਂ, ਸਾਨੂੰ ਸਮਝ ਆਇਆ ਕਿ ਐਜੂਕੇਸ਼ਨ ਦੀ ਲੋੜ ਹੈ, ਕਿਉਂ ਨਾ ਬੱਚਿਆਂ ਨੂੰ ਠੀਕ ਐਜੂਕੇਸ਼ਨ ਦਿੱਤੀ ਜਾਏ। ਉਹਨਾਂ ਦੇ ਨਾਲ ਕਰਨਲ ਮੁਲਤਾਨੀ ਹਨ। ਸੋ ਸਾਰੇ ਇਹ ਸੇਵਕ ਬਣ ਕੇ ਕੰਮ ਕਰਨ ਲੱਗੇ ਹੋਏ ਹਨ। ਅਸੀਂ ਚਾਹੁੰਦੇ ਹਾਂ ਕਿ ਕਾਫਲਾ ਹੋਰ ਤੇ ਹੋਰ ਵਧੇਰਾ ਹੁੰਦਾ ਜਾਏ। ਆਪ ਇੱਥੇ ਸੰਸਥਾ ਦੇ ਨਾਲ ਜੁੜੋ। ਆਓ, ਜਦੋਂ ਅਸੀਂ ਪ੍ਰੋਗਰਾਮ ਕਰਦੇ ਹਾਂ ਅਸੀਂ ਸੱਦੇ ਭੇਜਦੇ ਹਾਂ, ਆਪ ਜਦੋਂ ਆਉਂਦੇ ਹੋ ਤਾਂ ਸਾਨੂੰ ਉਤਸ਼ਾਹ ਬਣਦਾ ਹੈ। ਅੱਜ ਵੀ ਆਪ ਇੱਕ ਸੁਭਾਅ ਹੀ ਬਣਿਆ ਹੋਇਆ ਹੈ ਸਾਡੇ ਭਾਰਤੀਆਂ ਦਾ, ਇੱਕ ਕਲਚਰ ਬਣ ਗਿਆ ਹੋਇਆ ਕਿ ਜੀ 10 ਵਜੇ ਕਿਹਾ ਹੋਇਆ ਤੇ 10:15 10:30 ਹੋ ਹੀ ਜਾਣਗੇ। ਸੋ ਫਿਰ ਵੀ ਕਾਫੀ ਸੰਗਤ ਹਾਜ਼ਰ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਬਾਬਾ ਜੀ ਨੂੰ ਇੱਥੇ ਲਿਆਉਣ ਤੋਂ ਪਹਿਲੇ ਥੋੜ੍ਹੀ ਜਿਹੀ ਸੰਗਤ ਹੋਰ ਆ ਜਾਏ, ਸਾਨੂੰ ਉਹਨਾਂ ਨੂੰ ਅੱਛਾ ਲੱਗੇਗਾ ਕਿ ਉਹਨਾਂ ਦੇ ਸਤਿਕਾਰ ਲਈ ਅੱਛਾ ਹੋਏਗਾ। ਤੇ ਜਿਤਨੀ ਦੇਰ ਤੱਕ ਬਾਬਾ ਜੀ ਨੂੰ ਇੱਥੇ ਅਸੀਂ ਲੈ ਕੇ ਨਹੀਂ ਆਉਂਦੇ, ਉਹ ਪਹੁੰਚ ਚੁੱਕੇ ਹਨ, ਉਹ ਸਮੇਂ ਤੋਂ ਪਹਿਲੇ ਪਹੁੰਚ ਚੁੱਕੇ ਹਨ, ਗੁਰਦੁਆਰੇ ਬੈਠੇ ਹਨ। ਮੈਂ ਬੱਚਿਆਂ ਨੂੰ ਬੇਨਤੀ ਕਰਾਂਗੀ ਕਿ ਜੇ ਇੱਕ ਸ਼ਬਦ ਹੀ ਸੁਣਾ ਦੇਣ ਤਾਂ ਕਿ ਅਸੀਂ ਐਵੇਂ ਨਾ ਬੈਠੀਏ। ਇਟ ਇਜ਼ ਜਸਟ ਟੂ ਵੇਟ ਫॉर ਸਮ ਮੋਰ ਆਡੀਅੰਸ ਸੋ ਦੈਟ ਵੈਨ ਬਾਬਾ ਜੀ ਕਮਸ ਹੇਅਰ ਤੇ ਥੋੜ੍ਹਾ ਜਿਹਾ ਸਾਨੂੰ ਵੀ ਅੱਛਾ ਲੱਗੇ ਤੇ ਉਹਨਾਂ ਨੂੰ ਵੀ ਅੱਛਾ ਲੱਗੇ। ਹੋਰ 10-15 ਮਿੰਟ ਦੇ ਵਿੱਚ ਸਾਡੀ ਤਿਆਰੀ ਪੂਰੀ ਹੈ, ਪਰ ਅਸੀਂ 5-7 ਮਿੰਟ ਵਿੱਚ ਬੱਚੇ ਹੋਣਗੇ ਅੱਗੇ ਜੀ ਸ਼ਬਦ ਵਾਲੇ। रे मारे आ मा पग मरे गोविंद
ਦਾ ਜਿਹੜਾ ਹੈ ਉਹ ਕੀੜਾ ਚੱਕਿਆ ਹੈ, ਕਿਉਂਕਿ ਐਜੂਕੇਸ਼ਨ ਤੋਂ ਬਗੈਰ ਅਗਰ ਆਦਮੀ ਔਰ ਜਾਨਵਰ ਦੇ ਵਿੱਚ ਕੋਈ ਫਰਕ ਹੈ ਤਾਂ ਸਿਰਫ ਗਿਆਨ ਦਾ ਹੀ ਹੈ। ਔਰ ਐਜੂਕੇਸ਼ਨ ਤੋਂ ਬਗੈਰ ਜੋ ਗਿਆਨ ਹੈ ਉਹ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਐਜੂਕੇਸ਼ਨ ਹੀ ਗਿਆਨ ਦਾ ਮਾਧਿਅਮ ਹੈ। ਜੋ ਅਸੀਂ ਗਿਆਨ ਪ੍ਰਾਪਤ ਕਰਦੇ ਹਾਂ ਔਰ ਜੋ ਸਾਨੂੰ ਗਿਆਨ ਦਿੰਦਾ ਹੈ, ਸਾਡੇ ਵਿੱਚ ਜੋ ਲੜੀ ਹੈ ਉਹ ਵਿਦਿਆ ਹੈ। ਇਹ ਜਿਹੜੀ ਚੀਜ਼ ਹੈ ਬਾਬਾ ਜੀ ਨੇ ਇਸ ਪਾਸੇ ਔਰ ਸਿਰਫ ਵਿਦਿਆ ਤੱਕ ਹੀ ਸੀਮਤ ਨਹੀਂ, ਇਸ ਤਰ੍ਹਾਂ এনवायरमेंट ਦਾ ਵੀ ਹੈ, ਉਹ ਬਹੁਤ ਸੇਵਾ ਕਰ ਰਹੇ ਨੇ। ਫਿਰ ਬੱਚਿਆਂ ਨੂੰ ਜਿਸ ਤਰ੍ਹਾਂ ਕੰਪੀਟੀਟਿਵ ਐਗਜ਼ਾਮੀਨੇਸ਼ਨਸ ਵਾਸਤੇ ਤਿਆਰ ਕਰਾਉਂਦੇ ਹਨ, ਉਸ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਐਜੂਕੇਸ਼ਨ ਤੋਂ ਬਾਅਦ ਰੁਜ਼ਗਾਰ ਦੇ ਕਾਬਿਲ ਵੀ ਬਣਾਉਂਦੇ ਹਨ। ਔਰ ਇਹ ਇੱਕ ਸਭ ਤੋਂ ਵੱਡੀ ਦੇਣ ਹੈ ਕਿਸੇ ਇੱਕ ਵਿਅਕਤੀ ਨੂੰ ਜਾਂ ਸਮਾਜ ਨੂੰ, ਜਾਂ ਇਹ ਸਮਝੋ ਸਮੁੱਚੇ ਨੇਸ਼ਨ ਨੂੰ ਹੀ ਇਹ ਇੱਕ ਦੇਣ ਹੈ। ਔਰ ਉਸ ਦੇ ਵਿੱਚ ਪਿੱਛੇ ਜੇ ਆਪਣੇ BSF ਦੇ ਵਿੱਚ ਜੋ ਲੜਕੀਆਂ ਭਰਤੀ ਹੋਈਆਂ, ਉਹਨਾਂ ਵਿੱਚੋਂ ਤਕਰੀਬਨ 15 ਇਹਨਾਂ ਦੇ ਉੱਥੋਂ ਸਕੂਲ ਤੋਂ ਟ੍ਰੇਨਿੰਗ ਲੈ ਕੇ ਉੱਥੇ ਆਪਣਾ ਰੁਜ਼ਗਾਰ ਸ਼ੁਰੂ ਕਰ ਸਕੀਆਂ ਹਨ। ਔਰ ਇੱਕ ਪਾਸੇ ਇਹਨੂੰ ਕਹਿਣਾ ਚਾਹੀਦਾ ਹੈ ਕਿ ਔਰਤਾਂ ਦੀ ਜਿਹੜੀ ਬਰਾਬਰਤਾ ਹੈ ਉਹਦਾ ਪ੍ਰਤੀਕ ਵੀ ਉਹ ਬਣ ਜਾਂਦੀਆਂ ਹਨ। ਔਰ ਜੋ ਕਿ ਉੱਥੇ ਉਹਨਾਂ ਦੀ ਜੋ ਟ੍ਰੇਨਿੰਗ ਹੁੰਦੀ ਹੈ ਉਹ ਆਦਮੀਆਂ ਨਾਲ ਸਾਂਝੀ ਹੁੰਦੀ। ਸੋ ਉਸ ਦੇ ਲਾਇਕ ਬਣਾਉਣਾ ਇਹ ਵੀ ਇਹਨਾਂ ਦਾ ਉਸ ਸੰਸਥਾ ਦਾ ਇੱਕ ਬੜਾ ਜਿਹਨੂੰ ਕਹਿੰਦੇ ਨੇ ਸਾਡੇ ਵਾਸਤੇ, ਸਮਾਜ ਵਾਸਤੇ ਇੱਕ ਦੇਣ ਹੈ, ਜਿੱਥੇ ਕੋਈ ਜਾਤ ਪਾਤ ਜਾਂ ਧਰਮ ਦਾ ਕੋਈ ਵਿਤਕਰਾ ਨਹੀਂ ਹੈ। ਜੋ ਵੀ ਬੱਚਾ ਉੱਥੇ ਜਾਂਦਾ ਹੈ ਜਾਂ ਜਿਸ ਨੂੰ ਇਹ ਲਾਇਕ ਸਮਝਦੇ ਹਨ, ਉਹ ਆਪਣੇ ਜਾ ਕੇ ਇਸ ਸਹੂਲੀਅਤ ਤੋਂ ਫਾਇਦਾ ਉਠਾ ਸਕਦਾ ਹੈ। ਇਹ ਸਾਡੇ ਵਾਸਤੇ ਇੱਕ ਬਹੁਤ ਹੀ ਅੱਜ ਜਿਹਨੂੰ ਕਹਿਣਾ ਚਾਹੀਦਾ ਹੈ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਸਾਡੀ ਬੇਨਤੀ ਕਬੂਲ ਕਰਕੇ ਅੱਜ ਸਾਡੇ ਇਸ ਸਮਾਗਮ ਵਿੱਚ ਉਸ ਨੂੰ ਇਨੋਗਰੇਟ ਕਰਨ ਦਾ ਜੋ ਹੈ ਸਾਨੂੰ ਮਾਣ ਬਖਸ਼ਿਆ ਹੈ ਕਿ ਉਹ ਆਪ ਤਸ਼ਰੀਫ ਲਿਆ ਚੁੱਕੇ ਹਨ, ਕਿ ਉਹਨਾਂ ਨੂੰ ਲੈ ਕੇ ਹੁਣੇ ਪ੍ਰਧਾਨ ਜੀ ਆ ਰਹੇ ਨੇ। ਔਰ ਇਹ ਜਿਹੜੀ ਚੀਜ਼ ਹੈ, ਔਰ ਸਿਰਫ ਇੰਨਾ ਹੀ ਨਹੀਂ, ਆਪ ਨੂੰ ਸਰਕਾਰ ਵੱਲੋਂ ਵੀ ਜਿਹਨੂੰ ਕਹਿੰਦੇ ਨੇ ਸਨਮਾਨਿਤ ਕੀਤਾ ਗਿਆ ਹੈ। ਆਪ ਨੂੰ 2010 ਵਿੱਚ ਪਦਮ ਸ਼੍ਰੀ ਨਾਲ ਸਨਮਾਨ ਕਰਕੇ ਇਹਨਾਂ ਦੀ ਜੋ ਸੇਵਾ ਹੈ ਉਸ ਨੂੰ ਸਰਕਾਰ ਨੇ ਪ੍ਰਵਾਨਿਤ ਕੀਤਾ ਹੈ। ਇਹ ਸਾਡੇ ਵਾਸਤੇ, ਸਾਰੇ ਪੰਜਾਬ ਦੇ ਸਮੂਹ ਪੰਜਾਬੀਆਂ ਵਾਸਤੇ, ਸਿੱਖਾਂ ਵਾਸਤੇ ਜਾਂ ਮਨੁੱਖਤਾ ਵਾਸਤੇ ਇੱਕ ਬਹੁਤ ਵੱਡੀ ਦੇਣ ਹੈ ਜੋ ਸਰਕਾਰ ਨੇ ਇਹਨਾਂ ਨੂੰ ਇੱਕ ਜਿਹਨੂੰ ਕਹਿੰਦੇ ਨੇ ਸਨਮਾਨ ਕਰਕੇ ਉਹਨਾਂ ਦੇ ਰਾਹੀਂ ਸਮੁੱਚੇ ਪੰਜਾਬ ਨੂੰ ਬਖਸ਼ੀ ਹੈ। ਸਾਡੇ ਵਾਸਤੇ ਵੀ ਇਹ ਫਰਜ਼ ਬਣ ਜਾਂਦਾ ਹੈ ਕਿ ਅਸੀਂ ਜਿੱਥੇ ਜਿੱਥੇ ਵੀ ਹੋਈਏ, ਜਿਸ ਵੀ ਪੋਜੀਸ਼ਨ 'ਚ ਹੋਈਏ, ਜੋ ਵੀ ਕਰ ਸਕੀਏ, ਸਭ ਤੋਂ ਵੱਡੀ ਜੋ ਦੇਣ ਹੈ ਉਹ ਹੈ ਐਜੂਕੇਸ਼ਨ ਦੀ। ਜਿਸ ਤਰ੍ਹਾਂ
भाई गुरदास ने कहा, जैसे 7 मंदिर कंचन के उसार दीने, तैसा पुन सिख को एक शब्द सिखाएगा। ਇੱਥੇ ਚਾਹੇ ਤੁਸੀਂ ਉਹਨਾਂ ਨੂੰ ਮੰਦਰ ਗਿਣ ਲਓ ਜਾਂ ਮੰਦਰ ਦੇ ਮਹਿਲ ਗਿਣ ਲਓ, ਜਿੱਥੇ 7 ਸੋਨੇ ਦੇ ਬਣਾਉਣੇ ਨੇ, ਉੱਥੇ ਇੱਕ ਸ਼ੀਸ਼ ਨੂੰ ਪੜ੍ਹਾਉਣ ਦਾ ਜਿਹੜਾ ਪੁੰਨ ਹੈ ਉਹ ਉਸ ਤੋਂ ਵੀ ਜ਼ਿਆਦਾ ਹੈ। ਇਹ ਜਿਹੜੀਆਂ ਚੀਜ਼ਾਂ ਨੇ ਪੁਰਾਤਨ ਸਾਨੂੰ ਮਿਲਦੀਆਂ, ਅਸੀਂ ਇਹਨਾਂ ਨੂੰ ਭੁੱਲ ਗਏ। ਇਹ ਜਿਹੜੀ ਚੀਜ਼ ਹੈ, ਇਸੇ ਕਰਕੇ ਅੱਜ ਜਿਹੜੀ ਅਸੀਂ ਇਹ ਐਜੂਕੇਸ਼ਨ ਜਿਹਨੂੰ ਫਿਲਾਸਫੀ ਆਫ ਸਿੱਖ ਗੁਰੂ ਦੇ ਆਧਾਰ 'ਤੇ ਪੁਆਇੰਟ 'ਤੇ ਅਸੀਂ ਕਰਵਾ ਰਹੇ ਹਾਂ, ਉਹਦੇ ਵਿੱਚ ਇਹੀ ਹੈ ਵੀ ਕਿਸ ਤਰੀਕੇ ਨਾਲ ਐਜੂਕੇਸ਼ਨ ਜਿਹੜੀ ਹੈ ਉਹ ਅਸੀਂ ਲੋਕਾਂ ਤੱਕ ਪਹੁੰਚਾ ਸਕੀਏ। ਇਸ ਦੇ ਵਿੱਚ ਇੱਕ ਬੜੀ ਅਹਿਮ ਚੀਜ਼ ਹੈ ਕਿ ਐਜੂਕੇਸ਼ਨ, ਇਹ ਹੁਣ ਇੱਕ ਸਵਾਲ ਪੈਦਾ ਹੁੰਦਾ ਕਿ ਸਿੱਖ ਐਜੂਕੇਸ਼ਨ ਦਾ ਕੀ ਮਤਲਬ, ਗੁਰੂਆਂ ਦੀ ਐਜੂਕੇਸ਼ਨ ਦਾ ਕੀ ਮਤਲਬ। ਇਸ ਨੂੰ ਅਗਰ ਥੋੜ੍ਹਾ ਧਿਆਨ ਨਾਲ ਦੇਖਿਆ ਜਾਏ ਕਿ ਗੁਰੂ ਨਾਨਕ ਦੇ ਆਗਮਨ ਤੋਂ ਪਹਿਲਾਂ ਜਿਹੜੀ ਐਜੂਕੇਸ਼ਨ ਹੈ, ਸਿੱਖਿਆ ਹੈ, ਗਿਆਨ ਹੈ, ਉਹ ਸਮਾਜ ਦੇ ਇੱਕ ਬੜੇ ਲਿਮਟਿਡ ਦਾਇਰੇ ਦੇ ਵਿੱਚ ਸੀ, ਜਨਤਾ ਤੱਕ ਨਹੀਂ ਸੀ ਪਹੁੰਚਦੀ। ਇਹ ਇਜਾਰੇਦਾਰੀ ਸੀ ਉਸ ਵੇਲੇ ਦੀ। ਲੇਕਿਨ ਗੁਰੂ ਨਾਨਕ ਨੇ ਉਸ ਜੋ 5% ਜਾਂ 10% ਲੋਕਾਂ ਦੇ ਗਿਆਨ ਵਾਸਤੇ ਵਿੱਦਿਆ ਚੱਲਦੀ ਸੀ, ਉਸ ਨੂੰ, ਜਿਹਨੂੰ ਅੱਜ ਦੇ ਲਫ਼ਜ਼ ਕਹੀਏ, ਬਾਬਾ ਜੀ ਤਸ਼ਰੀਫ ਲਿਆ ਰਹੇ ਨੇ, ਬੇਨਤੀ ਹੈ ਕਿ ਆਪ ਖੜੋ ਕੇ ਉਹਨਾਂ ਦਾ ਸਤਿਕਾਰ ਕਰੋ। ਬਿਠਾਓ ਸੰਗਤਾਂ ਨੂੰ, ਬੇਨਤੀ ਬਿਠਾਓ ਨਾ। ਅੱਜ ਉੱਪਰ ਤਸ਼ਰੀਫ ਲਿਆਓ, ਅੱਜ ਪ੍ਰਧਾਨ ਸੰਗਤ ਬਿਠਾਓ, ਸੰਗਤ ਬਿਠਾਓ। ਆਪ ਸਭ ਵੱਲੋਂ, ਇੰਸਟੀਚਿਊਟ ਵੱਲੋਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ, ਜੋ ਐਡੀ ਦੂਰੋਂ ਆ ਕੇ ਸਾਡੇ ਇਸ ਸੈਮੀਨਾਰ ਦੇ ਵਿੱਚ ਇਹਨਾਂ ਨੇ ਦਰਸ਼ਨ ਦਿੱਤੇ। ਇਹਨਾਂ ਦੀ ਅਗਵਾਈ ਵਿੱਚ ਅਸੀਂ ਆਪਣੇ ਆਪ ਨੂੰ ਹੌਸਲਾ ਅਫਜ਼ਾਈ ਦੇ ਕਾਬਲ ਸਮਝਦੇ ਹਾਂ, ਕਿਉਂਕਿ ਜੋ ਵਿੱਦਿਆ ਦਾ ਦਾਨ ਇਹ ਦੇ ਰਹੇ ਹਨ, ਉਹ ਹੋਰ ਕੋਈ ਡੇਰੇ ਵਾਲਾ ਜਾਂ ਸਿੱਖ ਵਿਅਕਤੀ, ਜਿਹਨੂੰ ਕਹਿੰਦੇ ਕੋਈ ਸੰਸਥਾ, ਉਹਨਾਂ ਨਹੀਂ ਕਰ ਰਹੀ, ਜਿੰਨਾ ਕਿ ਇਹ ਕਰ ਰਹੇ ਨੇ। ਆਪ ਨੂੰ ਮੈਂ ਪਹਿਲਾਂ ਦੱਸ ਹੀ ਚੁੱਕਿਆ ਹਾਂ। ਤੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਪੇਟਰਨ ਸਰਦਾਰ ਗੁਰਦੇਵ ਸਿੰਘ ਹੋਰਾਂ ਨੂੰ ਕਿ ਉਹ ਬਾਬਾ ਜੀ ਦਾ ਔਰ ਆਏ ਸੱਜਣਾਂ ਦਾ ਸਵਾਗਤ ਕਰਨ। ਸਰਦਾਰ ਗੁਰਦੇਵ ਸਿੰਘ ਜੀ। ਮੁਅੱਜ਼ਜ਼ ਹਾਜ਼ਰੀਨ, ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਲਈ ਆ ਸਾਲਾਨਾ ਸਮਾਗਮ ਕਰਾਉਣ ਦਾ ਜੋ ਮੌਕਾ ਮਿਲਦਾ ਹੈ, ਉਹਦੇ ਲਈ ਅਸੀਂ ਸੁਭਾਗੀ ਹਾਂ ਕਿ ਇੰਸਟੀਚਿਊਟ ਦੀ ਬੇਨਤੀ 'ਤੇ ਸਿੱਖ ਜਗਤ ਦੇ, ਖਾਸ ਕਰਕੇ ਤੇ ਦੂਸਰੇ ਵਰਗਾਂ ਦੇ ਵੀ ਪੜ੍ਹੇ ਲਿਖੇ ਸੱਜਣ ਸਿੱਖ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਇੱਥੇ ਹਰ ਸਾਲ ਇਕੱਤਰ ਹੁੰਦੇ ਹਾਂ ਅਤੇ ਸਿੱਖ ਮਸਲਿਆਂ ਬਾਬਤ, ਦੇਸ਼ ਦੀ ਹੋਰ ਸਮੱਸਿਆਵਾਂ ਬਾਬਤ ਇੱਥੇ ਵਿਚਾਰ ਹੁੰਦੀ ਹੈ। ਇਸ ਦਫਾ ਜੋ ਅੱਜ ਆਪਾਂ ਸਮਾਗਮ ਕਰਨ ਲਈ ਇਕੱਤਰ ਹੋਏ ਹਾਂ, ਇਹ ਬਹੁਤ ਹੀ ਸ਼ੁਭ ਅਵਸਰ ਹੈ ਕਿ
हिंदुस्तान की मन्नी परमन्नी हस्ती जिन्हां ने गुरु साहिबान की सिक्ख्या ते चलदे होया ये मॉडल बना के उठाता है कि कल्ली गल्लां करन दी लोड़ नहीं, असीं कुछ कर करिए तां मनुखता की सेवा हो सकती है। उन्होंने आपदे अति रजीवें विचों समा कढ के आपां नूं इत्थे दर्शन दे के बहुत ही मशहूर किया है। मैं इंस्टीट्यूट वालों आपदे सज्जन सारे जी बैठे उन्होंने वालों बाबा जी नूं अज इत्थे तशरीफ लियाउण ते हार्दिक जी आਇਆਂ कहना हूँ। जिथों तक इंस्टीट्यूट के अज के विषय का मुतलक विचार होएगी, मैं तो चंद शब्द इस इंस्टीट्यूट की बाबत कह के ही आप सज्जनों को कुछ जोड़े नवे आउंदे इन्होंने ज्ञात भी करना चाहता हाँ कि साडे जो उपराले है उन्होंने बाबत थोड़ी आशीर्वाद भी लेना चाहूँगा। इन पिछले को 20-25 साल तो ये सोच बनी सी कि कई सज्जन खास करके विदेशों में सिख कदरों कीमतों की बाबत कोई भंबल भूसे पा रहे हैं तो सिख सोचवान उद्यमी क्रियाशील सज्जनों ने यह सोचा कि इकल्ले गल्लां करने वाली काम बनता, आप एकत्र होकर कुछ विचार करिया करिए तो उन्होंने भंबल भूसियां दूर करने लई जो गलत बयानियां हो रही हैं उसका जवाब सच्चे ढंग नाल पढ़े लिखे तरीके उत्ते जाए। उन्होंने मोढियां विचों सन सरदार दलजीत सिंह, प्रोफैसर जगजीत सिंह, उन्होंने उद्यम नाल बीबी बिठे ने अपने बलजीत होनी भाई शोक होने इन्होंने उद्यम किया तो इंस्टीट्यूट ऑफ सिख स्टडीज़ दी होनी चाहिए और इसनूं जो पनपनाया इस स्टेज पर लिया वो एक सज्जन ने जो लिया वो मैं सारे मगरों जिक्र करूँगा। सो ये इंस्टीट्यूट लगातार उन्होंने समस्यावां ते विचार करती है जिहड़ी सिख जगत नूं भर्ती फेस करनी पैंदियां ते इत्थों दे जिहड़े सज्जन ने आप मैंबर साहिबान भी ते सिख जग चाहे गैर सिख हों सारे हिंदुस्तान चों नहीं सारे भारत चों सारे दुनिया चों इत्थे लोकां नूं किसी न किसी तरीके नाल एकत्र करके उन्हां समस्यावां दी विचार करते हैं, उसकी राय बनाउंदे ने, उस राय नूं तरह तरह के जो संस्थावां उन्हां कोल भेज दिंदे ने। ये साडे इंस्टीट्यूट का मंत्र। ये इंस्टीट्यूट वाहिगुरू की कृपा नाल तुहाडे आसरे चलती है। ये किसी गौरमेंट की ग्रांट नहीं, किसी गुरुद्वारे की ग्रांट नहीं। इन्ना ये परण किया हुआ मैंबर साहिबान ने जिन्नी तिल फुल सेवा होंदी है आपदे स्रोतों तो ही ये हुण चलाई जाती। तो आ इत्थे भी गुरुद्वारा साडे कोल जगह नहीं सी, इत्थे बहुत ही उद्यमशील सरदार निरंग सिंह सन इलाके की इस इलाके का पिंड कंठाला है, इत्थों के सज्जनों ने मिल के आ जी जगह जी बैठी हो अजकल अरबां की भी होगी दी झूठ नहीं, ये इस पिंड की कंथाले की जगह सी ते इत्थे गुरुद्वारा भी हुंदा सी ते गुरुद्वारे की जगह नाल धर्मशाला भी हुंदी, मंदिर भी सी। ये कब्जे करके गौरमेंट ने आपकी स्कीमां बना लिया सी। सो इत्थे ये जगह नूं भी इस संस्था लई लैण लई ते मंदिर लई लैण लई भी इत्थों ये बहुत लड़ाई लड़ी गई। इत्थे सज्जन इकट्ठे होए, बहुत गौरमेंटां नाल टक्कर जो जानते होंदियां वो लैके आ जगह बनाई गई, फिर एक गुरुद्वारा बनिया। सो ये संस्था बनी, ये लई साडे मैंबर साहिबान की ही हिम्मत है, दानी सज्जना की। ये बहुत वड्डा रोल साडी मायक सिद्धांतक और होर जिहड़े हरेक किस्म के जो काम सी उहदे जिहड़े सारिआं नालों वड्डा काम कीता, मेरा ख्याल है कि असीं ने बाकी सारिआं ने वो अंशक नहीं किया। वो सज्जन की देन सी सुरगवासी डॉक्टर खड़क सिंह। उन्होंने आप भी UNO तो रिटायर होके इत्थे जिंदगी लगाती। आपदे जिहड़ा उन्हां दा
बहुत वड्डा दायरा सी। सारे विश्व तो जो पढ़े लिखे सज्जन सन, चाहे वो दानी सन, चाहे वो सोचवान सन, चाहे वो इंटलैक्चुअल सन, चाहे वो साइंटिस्ट सन, चाहे वो फिलासफर सन, ਇੱਥੇ ਇਕੱਠੇ ਕਰਾ ਕੇ ਉਹਨਾਂ ਨੂੰ ਇੱਥੇ ਲਾਮਬੰਦ ਕੀਤਾ। ਤੇ ਉਹਨਾਂ ਦੇ ਉਦੋਂ ਦੁਆਰਾ ਆ ਇੰਸਟੀਚਿਊਟ ਇੱਥੇ ਜੋ ਬਿਲਡਿੰਗਾਂ ਬਣੀਆਂ, ਜੋ ਕੁਛ ਹੋਏ ਹੈ, ਉਹਨਾਂ ਦੀ ਹਿੰਮਤ ਹੈ। ਅਸੀਂ ਉਹਨਾਂ ਨੂੰ ਜਿੰਨਾ ਵੀ ਆਪਦੇ ਵੱਲੋਂ ਸ਼ੁਕਰੀਆ ਅਦਾ ਕਰ ਸਕੀਏ, ਮੇਰੇ ਖਿਆਲ ਥੋੜ੍ਹਾ ਹੈ। ਤੇ ਸਾਨੂੰ ਜੋ ਅੱਜ ਕੱਲ੍ਹ ਸਾਡੇ ਮੈਂਬਰ ਸਾਹਿਬਾਨ ਨੇ, ਸਾਡੇ ਪ੍ਰਧਾਨ ਬੀਬੀ ਜੀ ਪ੍ਰਿੰਸੀਪਲ ਸਾਹਿਬ ਨੇ, ਤੋ ਤੁਸੀਂ ਇਹਨਾਂ ਨੂੰ ਤੁਸੀਂ ਹੁਣੇ ਸੁਣੋਗੇ ਪ੍ਰੋਫੈਸਰ ਸਾਹਿਬ ਨੂੰ, ਪ੍ਰਭਜੋਤ ਨੂੰ। ਤਾਂ ਮੇਰਾ ਭਾਵ ਇਹ ਕਹਿਣ ਤੋਂ ਹੈ ਕਿ ਸਤਿਕਾਰਯੋਗ ਹਾਜ਼ਰੀਨ, ਤੁਹਾਡੀ ਕਿਰਪਾ ਨਾਲ, ਵਾਹਿਗੁਰੂ ਦੀ ਨਜ਼ਰ ਨਾਲ ਇਹ ਜਿਹੜੇ ਸੱਜਣ ਇੱਥੇ ਇਕੱਠੇ ਹੁੰਦੇ ਨੇ, ਉਹ ਆਪਦੀ ਹਿੰਮਤ ਨਾਲ ਹੀ ਜਿੰਨੀ ਕੁ ਪਹੁੰਚ ਹੈ ਉਸੇ ਦੇ ਬਲਬੂਤੇ 'ਤੇ ਕੰਮ ਕਰਦੇ ਨੇ। ਜੇ ਸਾਡੇ ਕੋਲ ਅਸੀਂ ਸਾਲਾਨਾ ਕਾਨਫਰੰਸਾਂ ਵੀ ਕਰਦੇ ਹਾਂ, ਹਰੇਕ ਮਹੀਨੇ ਵੀ ਸੋਚਦੇ ਹਾਂ, ਕੁਆਰਟਰਲੀ ਵੀ ਸੋਚਦੇ ਹਾਂ, ਅਤੇ ਸਾਡੇ ਵਿਚਾਰਧਾਰੇ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਇੱਕ ਕੁਆਰਟਰਲੀ ਮੈਗਜ਼ੀਨ ਵੀ ਕਰਦੀ ਹੈ, ਜਿਹਦਾ ਨਾਮ ਹੈ ਐਬਸਟਰੈਕਟ ਆਫ ਸਿੱਖ ਸਟੱਡੀਜ਼। ਉਹ ਵੀ ਲਗਾਤਾਰ ਵੱਡੇ ਵੱਡੇ ਯੂਨੀਵਰਸਿਟੀਆਂ ਦੇ ਅਦਾਰੇ ਨਹੀਂ ਚਲਾ ਸਕਦੇ। ਸਾਨੂੰ ਇਹ ਨਿਮਰਤਾ ਭਰਪੂਰ ਮਾਣ ਹੈ ਕਿ ਉਹ ਹਰ ਕੁਆਰਟਰਲੀ ਸ਼ਬਦ ਹੈ ਔਰ ਉਸੇ ਸਟੈਂਡਰਡ ਨਾਲ ਸ਼ਬਦ ਹੈ, ਉਹ ਸਾਰੀ ਦੁਨੀਆ 'ਚ ਪਹੁੰਚਦਾ ਹੈ। ਉਹਦੀ ਵੀ ਆਪਦੀ ਤਾ ਜ਼ਿੰਦਗੀ ਹੋਰਨਾਂ ਰੁਝੇਵਿਆਂ ਤੋਂ ਇਲਾਵਾ ਡਾਕਟਰ ਖੜਕ ਸਿੰਘ ਨੇ ਉਹਦੀ ਐਡੀਟਰਸ਼ਿਪ ਕਰਕੇ ਉਹਦਾ ਉਹ ਸਟੈਂਡਰਡ ਮੇਨਟੇਨ ਕੀਤਾ ਜਿਹੜਾ ਕਿ ਤੁਸੀਂ ਸਾਰੇ ਜਾਣਦੇ। ਔਰ ਸਾਨੂੰ ਅੱਜ ਮਾਣ ਹੈ ਕਿ ਉਸ ਦੇ ਬਤੌਰ ਐਡੀਟਰ ਇੱਕ ਸਿੱਖ ਜੱਜ ਦੇ ਬਹੁਤ ਹੀ ਸੋਝੀਵਾਨ ਇੰਟਲੈਕਚੁਅਲ ਸਰਦਾਰ ਗਜਿੰਦਰ ਸਿੰਘ ਜੀ ਕਰ ਰਹੇ ਨੇ। ਸੋ ਇਹ ਸਾਡੇ ਉਪਰਾਲੇ ਨੇ, ਇਹ ਜੋ ਤੁਸੀਂ ਕਰਦੇ ਹੈ, ਇਹ ਸਾਡੀ ਜਿਹੜੀ ਸੰਸਥਾ ਹੈ, ਇਹਦਾ ਮੇਨ ਕੰਮ ਹੈ ਸਿਧਾਂਤਕ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀਆਂ ਗੱਲਾਂ ਅਸੀਂ ਲੋਕਾਂ ਤੱਕ ਆਪਣਾ ਪਹੁੰਚਾ ਸਕੀਏ। ਫਿਰ ਇਹ ਡਾਕਟਰ ਖੜਕ ਸਿੰਘ ਦੀ ਹੀ ਉਦਮਸ਼ੀਲਤਾ ਸੀ, ਉਹਨਾਂ ਨੇ ਸੋਚਿਆ ਕਿ ਇੰਸਟੀਚਿਊਟ ਆਫ ਸਿੱਖ ਸਟੱਡੀ ਦਾ ਸਿਧਾਂਤਕ ਗੱਲਾਂ 'ਤੇ ਰਹਿ ਜਾਂਦੀ ਹੈ, ਕਿਉਂਕਿ ਇਹਦਾ ਜਿਹੜਾ ਮੈਂਬਰਸ਼ਿਪ ਹੈ ਜਾਂ ਪ੍ਰੋਗਰਾਮ ਹੈ ਉਹ ਸਾਡਾ ਫੀਲਡ 'ਤੇ ਜਾਣ ਦਾ ਨਹੀਂ। ਉਹਨਾਂ ਦੀ ਸੋਚ ਨੇ ਇੱਕ ਸਾਰਿਆਂ ਨੂੰ ਇਹ ਪ੍ਰੇਰਿਤ ਕੀਤਾ ਕਿ ਇੱਕ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਲਾਈ ਜਾਏ, ਜਿਹਦੇ ਵਿੱਚ ਜਿਹੜੀ ਮੈਂਬਰਸ਼ਿਪ ਹੈ ਉਹਦਾ ਵਿਸਥਾਰ ਹੈ ਉਹ ਖੁੱਲ੍ਹਾ ਰੱਖਿਆ ਜਾਏ। ਔਰ ਉਹ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਹੈ, ਉਹ ਜਿਹੜੀ ਇੰਸਟੀਚਿਊਟ ਦੀ ਸਿਧਾਂਤਕ ਪ੍ਰੋਗਰਾਮ ਹੈ ਉਹਨੂੰ ਨੇਪਰੇ ਚਾੜ੍ਹਦੀ ਹੈ ਫੀਲਡ ਵਿੱਚ। ਉਹ ਆਪਦੀ ਉਹਦੇ ਸਾਨੂੰ ਮਾਣ ਹੈ ਕਿ ਜਨਰਲ ਕਰਤਾਰ ਸਿੰਘ ਗਿੱਲ ਉਸ ਇੰਸਟੀਚਿਊਟ ਵੱਲੋਂ ਔਰ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਨੂੰ ਉਹਦੇ ਰਲ ਕੇ ਬਹੁਤ ਵਧੀਆ ਕੰਮ ਕਰ ਰਹੇ ਨੇ। ਉਹ ਆਪਾਂ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਨੂੰ ਵੀ 10 ਦਿਨਾਂ ਨੂੰ ਸਾਡੀ ਕਾਨਫਰੰਸ ਹੋ ਰਹੀ ਹੈ, ਉਹਦੀ ਬਾਬਤ ਉੱਥੇ ਦੱਸਣਗੇ। ਬਾਕੀ ਜਿੱਥੋਂ ਸਾਡੀ ਇਹਨਾਂ ਸੰਸਥਾ ਨੂੰ ਚਲਾਉਣ 'ਚ ਹੈ, ਆ ਗੁਰਦੁਆਰਾ ਹੈ ਸਾਡੇ ਨਾਲ ਬਹੁਤ ਉਹਨਾਂ ਦੀ ਸਰਪ੍ਰਸਤੀ ਹੈ। ਕੇਂਦਰੀ ਸਿੰਘ ਸਭਾ ਦੀ ਬਹੁਤ ਹੈ। ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਹੈ, ਉਹ ਤੁਹਾਨੂੰ ਕਿਹਾ ਉਹ ਸਾਡੀ ਸਿਸਟਰ ਆਰਗੇਨਾਈਜੇਸ਼ਨ ਹੈ। ਅਤੇ ਸਾਨੂੰ ਮਾਣ ਹੈ ਕਿ ਸਿੱਖ ਐਜੂਕੇਸ਼ਨ ਸੁਸਾਇਟੀ ਜਿਹਦੇ ਸਾਡੇ ਇੱਥੋਂ ਬਹੁਤ ਸਾਰੇ ਮੈਂਬਰ ਨੇ, ਉਹ ਕਈ 8-10 ਐਜੂਕੇਸ਼ਨ ਇੰਸਟੀਟਿਊਸ਼ਨ ਚਲਾ ਰਹੀ ਹੈ, ਜਿਨ੍ਹਾਂ ਦਾ ਕਿ ਆਪਦੇ ਸਰਕਲ ਦੇ ਵਿੱਚ ਮਾਣ ਹੈ। ਇਹਨਾਂ ਸ਼ਬਦਾਂ ਰਾਹੀਂ ਮੈਂ ਤੁਹਾਨੂੰ ਤੇ ਥੋੜ੍ਹੀ ਜਿਹੀ ਇਹ ਸੂਚਨਾ ਦੇ ਕੇ ਕਿ ਇੰਸਟੀਚਿਊਟ ਕੀ ਹੈ, ਇਹਦੇ ਵਿੱਚ ਜੇ ਕਿਸੇ ਨੇ ਕੰਮ ਸਾਡੀ ਦਾਨ ਦਿੱਤਾ ਔਰ ਉਹਨਾਂ ਨੇ ਉਹ ਭਾਈ ਪੱਥਰ ਲਾਇਆ ਉਹਨਾਂ ਦੀ ਇੱਛਾ ਦੇ ਅਗੇਂਸਟ ਵੀ, ਉਹ ਸ਼ਤਵਾਲ ਸਾਹਿਬ ਸਨ ਇੰਗਲੈਂਡ, ਉਹਨਾਂ ਨੇ ਪੱਥਰ ਲਾਇਆ ਇੰਗਲੈਂਡ ਵਾਲੇ। ਉਹਨਾਂ ਨੇ ਉੱਥੇ ਜਾ ਕੇ ਇੰਟਰਨੈਸ਼ਨਲ ਕੋਰੀਅਰ ਸਿੱਖ ਕੋਰੀਅਰ ਬਹੁਤ ਅਖਬਾਰ ਕੱਢਿਆ ਸੀ। ਉਹਨਾਂ ਨੇ ਚੰਗੀ ਤਕੜੀ ਰਕਮ ਦਿੱਤੀ ਸੀ ਅਤੇ ਅਸੀਂ ਉਸੇ ਦੇ ਆਸਰੇ 'ਤੇ ਆਹ ਬਿਲਡਿੰਗ ਬਣਾਤੀ ਸੀ। ਅਤੇ ਇਹ ਜਿੰਨੇ ਪੈਸੇ ਇਕੱਠੇ ਹੁੰਦੇ ਰਹੇ ਆ, ਮੈਂ ਫਿਰ ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ। ਸਾਡੀ ਸਿਧਾਂਤਕ ਸ਼ਕਤੀ ਨਹੀਂ ਮਿਲੀ, ਮਾਇਕ ਸ਼ਕਤੀ ਵੀ ਡਾਕਟਰ ਖੜਕ ਸਿੰਘ ਕਰਕੇ ਮਿਲੀ ਸੀ। ਉਹ ਆਪਦੇ ਇੱਥੋਂ ਪਿਆਨਾ ਕਰਨ ਤੋਂ ਪਹਿਲਾਂ ਆਪਦੇ ਇੱਕ ਦੋਸਤ ਡਾਕਟਰ ਗੁਰਭਗਵੰਤ ਸਿੰਘ ਕਾਹਲੋਂ ਕੋਲੋਂ ਤਕਰੀਬਨ 70 ਲੱਖ ਰੁਪਈਆ ਉਹ ਵੀ ਦਵਾ ਕੇ ਉਹਨਾਂ ਨੇ ਕਿਹਾ ਜੀ ਆ ਡਾਕਟਰ ਖੜਕ ਸਿੰਘ ਮਾਨ ਨੂੰ ਦਿੱਤਾ। ਡਾਕਟਰ ਖੜਕ ਸਿੰਘ ਮਾਨ ਕਹਿੰਦੇ ਮੈਂ ਸਾਰਾ ਦਾ ਸਾਰਾ ਡਾਕਟਰ ਗੁਰਭਗਵੰਤ ਸਿੰਘ ਉਹਨਾਂ ਵੱਲੋਂ
ਇਸ ਇੰਸਟੀਚਿਊਟ ਨੂੰ ਦਿੱਤਾ। ਸੋ ਇਹ ਤੁਹਾਨੂੰ ਦੱਸਦੀ ਵੀ ਸਾਡੀ ਮਾਇਕ ਲੋੜਾਂ ਕਿੱਥੋਂ ਪੂਰੀਆਂ ਹੁੰਦੀਆਂ ਜਾਂ ਜਿਹੜੀ ਸਾਡੀ ਹੋਰ ਆਰਗੇਨਾਈਜੇਸ਼ਨ ਬਰਕਤ ਕਿਤੇ ਪੂਰੀ ਕਰਦੀ ਹੈ, ਇਹ ਤੁਹਾਡਾ ਸਹਿਯੋਗ ਹੈ, ਤੁਹਾਡੀ ਸਰਪ੍ਰਸਤੀ ਹੈ। ਤੇ ਅੱਜ ਦਾ ਦਿਨ ਸਾਡੇ ਲਈ ਸੁਭਾਗੀ ਹੈ ਕਿ ਉਹ ਸੱਜਣ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ 'ਤੇ ਚੱਲਦਿਆਂ ਹੋਇਆਂ ਆਪਾਂ ਨੂੰ ਦੱਸ ਦਿੱਤਾ ਹੈ ਕਿ ਗੁਰੂ ਦੀ ਬਰਕਤ ਦੁਆਰਾ ਕੀ ਕੁਛ ਹੋ ਸਕਦਾ ਹੈ। ਬਾਬਾ ਜੀ ਉਹਨਾਂ ਨੇ ਸਾਡੀ ਬੇਨਤੀ ਮੰਨੀ ਹੈ। ਉਦੋਂ ਵੀ ਹੋਰ ਖੁਸ਼ੀ ਦੀ ਗੱਲ ਹੈ ਕਿ ਅੱਜ ਦੀ ਸਭਾ ਦੇ ਪ੍ਰਧਾਨ ਗਵਾਲੀਆ ਸਾਹਿਬ ਆ ਗਏ ਨੇ। ਇਹਨਾਂ ਦੀ ਬਾਬਤ ਤੁਸੀਂ ਜਾਣਦੇ ਹੀ ਹੋ, ਇਹਨਾਂ ਨੇ ਜੋ ਐਜੂਕੇਸ਼ਨ ਅਦਾਰਿਆਂ ਨੇ ਕੀਤਾ ਤੇ ਹੁਣ ਯੂਨੀਵਰਸਿਟੀ ਦੇ ਬੜੇ ਯੋਗ ਵਾਈਸ ਚਾਂਸਲਰ ਨੇ। ਤੇ ਮੈਨੂੰ ਉਮੀਦ ਹੈ ਕਿ ਉੱਥੇ ਵੀ ਇਹ ਆਪ ਦੀ ਜਿਹੜੀ ਪ੍ਰਤਿਭਾ ਦੁਆਰਾ ਉਸ ਯੂਨੀਵਰਸਿਟੀ ਨੂੰ ਵੀ ਹੋਰ ਸ਼ਿੰਗਾਰਨਗੇ। ਤਾਂ ਇਹਨਾਂ ਸ਼ਬਦਾਂ ਰਾਹੀਂ ਮੈਂ ਆਪ ਸਾਰੇ ਸੱਜਣਾਂ ਨੂੰ ਇੱਥੇ ਆਉਣ 'ਤੇ ਜੀਆਂ ਕਹਿੰਦਾ ਤੇ ਮੈਨੂੰ ਪੂਰਨ ਆਸ ਹੈ ਕਿ ਇਸ ਵਿਸ਼ੇ 'ਤੇ ਜੋ ਇਸ ਦਾ ਵਾਸੀ ਰੱਖਿਆ ਹੈ ਉਸ 'ਤੇ ਤੁਹਾਡੇ ਸਾਰੇ ਸੱਜਣਾਂ ਦੇ ਵਿਚਾਰ ਤੋਂ ਬਾਅਦ ਜੋ ਰਾਏ ਬਣੂਗੀ ਉਹ ਕੌਮ ਲਈ ਕੁਛ ਨਾ ਕੁਛ ਲਾਹੇਵੰਦ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿੱਚ ਸ਼ੁਰੂ ਕੀਤਾ ਔਰ ਫਿਰ ਇਹਨਾਂ ਨੇ ਹਾਕੀ ਵਾਸਤੇ ਜੋ ਕਿ ਸਾਡੀ ਪੰਜਾਬ ਦੀ ਇੱਕ ਮੁੱਖ ਗੇਮ ਹੋਇਆ ਕਰਦੀ ਸੀ ਕਿਸੇ ਵਕਤ ਔਰ ਹੁਣ ਕਾਫੀ ਥੱਲੇ ਚਲੀ ਗਈ, ਉਸ ਨੂੰ ਉਤਸ਼ਾਹਿਤ ਕਰਨ ਵਾਸਤੇ ਇਹਨਾਂ ਨੇ ਵੀ ਉੱਥੇ ਆਪਣਾ ਇੰਸਟੀਚਿਊਟ ਬਣਾਈ ਹੈ। ਉਹਨਾਂ ਨੇ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ 2006 ਵਿੱਚ ਕੀਤੀ ਹੈ। ਔਰ ਇਸ ਤਰੀਕੇ ਨਾਲ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਰ ਚੁੱਕਿਆ ਹਾਂ ਅਰਜ਼ ਵੀ ਜੋ ਸਿੱਖਿਆ ਦਾ ਦਾਨ ਦੇ ਰਹੇ ਹਨ ਇਹ ਸਭ ਤੋਂ ਉੱਤਮ ਦਾਨ ਹੈ। ਤੇ ਸਾਡੀ ਅੱਜ ਖੁਸ਼ਕਿਸਮਤੀ ਹੈ ਕਿ ਅੱਜ ਸਾਡੇ ਹਾਜ਼ਰ ਹੋਏ ਹਨ ਔਰ ਸਾਡੀ ਸਰਪ੍ਰਸਤੀ ਕਰਨਗੇ, ਅੱਗੇ ਨੂੰ ਵੀ ਆਉਂਦੇ ਰਹਿਣਗੇ, ਇਹ ਸਾਡੀ ਆਸ਼ਾ ਹੈ। ਸਰਕਾਰ ਗੌਰਮੈਂਟ ਨੇ ਵੀ ਇਹਨਾਂ ਨੂੰ 2010 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਹੈ। ਇਹਨਾਂ ਦੇ ਰਾਹੀਂ ਇਹਨਾਂ ਦੀ ਉਹ ਜੋ ਸੇਵਾ ਹੈ ਉਹ ਸਨਮਾਨਿਤ ਹੋਈ ਹੈ। ਸਾਨੂੰ ਇੰਸਟੀਚਿਊਟ ਵੱਲੋਂ ਔਰ ਆਪ ਸਭ ਵੱਲੋਂ ਮੈਂ ਆਪ ਨੂੰ ਇੱਕ ਵਾਰੀ ਫੇਰ ਜੀ ਆਇਆਂ ਆਖਦਾ ਹਾਂ ਔਰ ਬੇਨਤੀ ਕਰਦਾ ਹਾਂ ਕਿ ਆਪਣੇ ਸ਼ੁਭ ਵਚਨ ਸਾਡੇ 'ਤੇ ਸਾਨੂੰ ਦੱਸ ਕੇ ਆਪਣਾ ਸਾਨੂੰ ਜਿਹਨੂੰ ਕਹਿੰਦੇ ਨੇ ਸਾਡਾ ਕਾਰੋਬਾਰ ਅੱਜ ਦਾ ਸੈਸ਼ਨ ਸ਼ੁਰੂ ਕਰਨ ਦੀ ਸਾਨੂੰ ਸੇਧ ਬਖਸ਼ਣ। ਵਿਦਿਆ ਵਿਚਾਰੀ ਤਾਂ ਪਰੇ ਉਪਕਾਰੀ ਜਾ ਫਲ ਰਾਸੀ ਨਕੀਰ ਨਾਸੀ ਪਰੇ ਉਪਕਾਰੀ ਵਿਦਿਆ ਵਿਚਾਰੀ ਤਾਂ ਪਰੇ ਉਪਕਾਰੀ
निरासी तो सन्यासी जगत जोगी माया तोगी आस निरासी तो सन्यासी जगत जोगी माया तोगी या जग जोगी माया तोगी पारे उपकारी विद्या विचारी पारे उपकारी पारे उपकारी दिगंबर से बिचारी आप मरे अबराने मारी दया दिगंबर से बिचारी आप मरे अबराने मारी आप मरे अबराने मारी पारे उपकारी विद्या विचारी पारे उपकारी पारे एक तू होर पेश वो तेरे नानक जाने जोज न तेरे एक तू होर पेश वो तेरे नानक जाने जोज न तेरे नानक जाने जोज न तेरे पारे उपकारी विद्या विचारी पारे उपकारी क्या मन राशि तंदीर वासी पारे उपकारी विद्या विचारी पारे उपकारी पारे उपकारी विद्या विचारी विद्या विचारी विद्या विचारी
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਦੇ ਖੇਤਰ ਵਿੱਚ ਬਹੁਤ ਕੰਮ ਕੀਤਾ ਹੈ। ਉਹਨਾਂ ਨੇ ਬੂਟੇ ਲਗਾਏ ਨੇ, ਤੋੜੇ ਨਹੀਂ। ਉਹ ਇਸ ਵਿਚਾਰ ਦੇ ਹਾਮੀ ਨੇ ਜੋ ਭਾਈ ਵੀਰ ਸਿੰਘ ਨੇ ਆਪਣੀ ਕਵਿਤਾ ਵਿੱਚ ਲਿਖਿਆ ਸੀ, ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਲੱਖ ਗਾਹਕ ਜੇ ਸੁੰਗੇ ਆ ਕੇ ਖਾਲੀ ਇੱਕ ਨਾ ਜਾਈ। ਸੋ ਉਹ ਇਹ ਵਿਚਾਰ ਰੱਖਦੇ ਹਨ ਕਿ ਫੁੱਲਾਂ ਨੂੰ ਤੋੜਨਾ ਨਹੀਂ ਚਾਹੀਦਾ, ਫੁੱਲਾਂ ਦੀ ਖੁਸ਼ਬੂ ਲੈਣੀ ਚਾਹੀਦੀ ਹੈ, ਫੁੱਲਾਂ ਦੀ ਖੁਸ਼ਬੂ ਵੰਡਣੀ ਚਾਹੀਦੀ ਹੈ। ਸੋ ਅਸੀਂ ਕਿਉਂਕਿ ਪਲਾਂਟਸ ਲਗਾ ਰਹੇ ਹਨ, ਥਾਂ ਥਾਂ 'ਤੇ ਲੱਖਾਂ ਪਲਾਂਟਸ ਲਗਵਾ ਚੁੱਕੇ ਹਨ, ਅਸੀਂ ਸੋਚਿਆ ਕਿ ਇਹਨਾਂ ਦਾ ਵੈਲਕਮ ਇੱਕ ਪਲਾਂਟ ਦੇ ਨਾਲ ਕੀਤਾ ਜਾਏ। ਸੋ ਮੈਂ ਗੋਸ਼ਟੀ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਸਾਡੇ ਪੈਟਰਨ ਸਾਹਿਬ ਨੂੰ ਇਹ ਬੂਟਾ ਦੇਣ ਤਾਂ ਕਿ ਉਹ ਬਾਬਾ ਸੇਵਾ ਸਿੰਘ ਜੀ ਨੂੰ ਇਹ ਬੂਟਾ ਭੇਟ ਕਰ ਸਕਣ, ਤਾਂ ਕਿ ਇਹਨਾਂ ਦਾ ਜੋ ਬੂਟੇ। ਇੱਕ ਹੋਰ ਬੂਟਾ ਡਾਕਟਰ ਗੁਰਮੋਹਨ ਸਿੰਘ ਵਾਲੀਆ ਜੀ, ਗੋਸ਼ਟੀ ਸਾਹਿਬ ਜੀ, ਡਾਕਟਰ ਗੁਰਮੋਹਨ ਸਿੰਘ ਵਾਲੀਆ ਲਈ ਇੱਕ ਹੋਰ ਬੂਟਾ ਭੇਟ ਕੀਤਾ ਜਾਏ ਜੀ। ਸੋ ਨਿਹਾਲ ਅਸੀਂ ਅਰਦਾਸ ਕਰਦੇ ਹਾਂ ਕਿ ਬਾਬਾ ਜੀ ਦਾ ਜੋ ਇਹ ਸੁਨੇਹਾ ਹੈ ਬੂਟੇ ਵੰਡਣ ਦਾ, এনवायरमेंट ਨੂੰ ਕਾਇਮ ਰੱਖਣ ਦਾ, ਬੂਟੇ ਲਗਾਉਣ ਦਾ, ਇਹ ਹਰ ਘਰ ਵਿੱਚ ਫੈਲੇ ਅਤੇ ਜੋ ਸਮਾਜ ਦੇ ਵਿੱਚ, ਜੋ ਸੰਸਾਰ ਦੇ ਵਿੱਚ এনवायरमेंट ਦੀ ਤਬਾਹੀ ਹੋ ਰਹੀ ਹੈ, ਇਹਦੇ ਬਾਰੇ ਇੱਕ ਅਲੱਗ ਸੈਮੀਨਾਰ ਦੀ ਲੋੜ ਹੈ। ਬਹੁਤ ਵੱਡਾ ਵਿਸ਼ਾ ਹੈ, ਪਰ ਅਸੀਂ ਸਾਨੂੰ ਜਿਵੇਂ ਰਿਸਕ ਹੋਇਆ ਹੋਇਆ ਹੈ, ਇਸ ਧਰਤੀ ਨੂੰ ਹੀ ਰਿਸਕ ਹੋਇਆ ਹੋਇਆ ਹੈ, ਸਾਡੀ ਜਾਨ ਨੂੰ ਹੀ ਰਿਸਕ ਹੋਇਆ ਹੈ, ਇਹ ਸੁਨੇਹਾ ਥਾਂ ਥਾਂ 'ਤੇ ਫੈਲੇ ਅਤੇ ਅਸੀਂ ਇਸ ਧਰਤੀ ਨੂੰ ਉਸ ਤੋਂ ਹੀ ਨਵਾਂ ਨੂਆ ਰੱਖ ਸਕੀਏ ਜਿਵੇਂ ਇਹ ਸਾਨੂੰ ਅਕਾਲ ਪੁਰਖ ਪਰਮਾਤਮਾ ਨੇ ਬਖਸ਼ੀ ਸੀ। ਹੁਣ ਮੈਂ ਬੇਨਤੀ ਕਰਦੀ ਹਾਂ ਬਾਬਾ ਸੇਵਾ ਸਿੰਘ ਜੀ ਨੂੰ ਕਿ ਉਹ ਸਟੇਜ 'ਤੇ ਆਉਣ ਅਤੇ ਸਾਨੂੰ ਸੈਮੀਨਾਰ ਸ਼ੁਰੂ ਕਰਨ ਦੀ ਅਸੀਸ ਦੇਣ ਅਤੇ ਅਸੀਸ ਭਰੇ ਸ਼ਬਦ ਸਾਨੂੰ ਗਾਈਡੈਂਸ ਭਰੇ ਸ਼ਬਦ ਕੁਝ ਸਾਡੀ ਅਗਵਾਈ ਲਈ ਬੋਲਣ। ਬਾਬਾ ਸੇਵਾ ਸਿੰਘ ਜੀ। गुरु खालसा, गुरु प्यारियो, गुरु फतेह। मैं माफ़ी चाहूँगा क्योंकि बहुत गुरु प्यार वाले, गुरु दी भिजे हुए और बहुत ही फिलासफर विद्वान गुरु प्यारे बैठे ने। मैं महसूस करदा कि मैं इन्हें गुरमुखां दे विच, क्योंकि मेरा बहुत छोटा दर्जा है एक सेवादार गुरु होने के नाते थे हुक्म कीता दास ने, चलो 5-7 मिनट आप जी ना मैं जरूर साझे करांगा। विद्या विचारी तो परोपकारी, विद्या का आगाज धन गुरु अंगद देव महाराज ने पावन धरती खडूर साहब तो गुरमुखी लिपि के रूप में शुरू किया। और जिमें संस्था इंस्टीट्यूट ऑफ सिख स्टडी खास कर डॉक्टर खड़क सिंह ने मेहनत की है, वो आप जी सामने है। सो सतगुरु जी कृपा करे ये संबंध में आप सारे विचार कीतियां करनियां ने। इकला आदमी, इकले जथेबंदी, इकला कोई कर दी समर्था नहीं रख सकता। ये सारे ही होए एकत्र मिलो मेरे भाई, दुबदा दूर करो ले मिलाए, और नामे के हो जोड़ी गुरमुख बैसो सफा विछाई। सो सारिया संस्थावां, संप्रदावां, सिख जथेबंदियां जो भी गुरु नानक नाम लेवा, वो सारिया सिर जोड़ के बैठ के सुहिरद हिरदे नाल सोच के कोई भी काज गुरु का ओट आसरा लैके अरदास करके शुरू किया गया होवे ते कोई कारण नहीं कि सिर वो कारज सिरे ना चढ़े, क्योंकि गुरु की जिथे कला वरतनी है बख्शोड़ी हमेशा ही वो चढ़ती कला नो कारज होंदे ने तो हो रहे ने, तो आने वाले समय च होने ने। सिर्फ शुद्ध हिरदे नाल कोई शुरू करने की एक सानू जाच आ जाए, क्योंकि बड़ा लंबा चौड़ा ये विषय हैगा है। पर मेरी बुद्धि मुताबिक जो सोच सतगुरु ने दास नूं थोड़ी बख्शी है भी, जिस में जिमें पंजाब में खास करके हर थां बहुत जथेबंदियां, बहुत सिख सैडियां, सभा सैडियां, बहुत गुरमुख प्यारे ऐसियां वो कारज कर रहे ने।
ਜੇ ਅਗਰ ਕਿ ਤਰੀਕੇ ਨਾਲ ਹੋ ਜਾਵੇ ਤਾਂ ਉਹਦੇ ਵਿੱਚ ਬਹੁਤ ਵੱਡੀ ਪ੍ਰਫੁੱਲਤਾ। ਕੋਈ ਵਿਸ਼ੇ ਵੀ ਬਹੁਤ ਨੇ, ਖੇਤਰ ਵੀ ਬੜੇ ਨੇ ਕਾਰਜ ਕਰਨ ਵਾਲੇ, ਚਾਹੇ ਉਹ ਪੁੱਤਪੁਣੇ ਦਾ ਹੈ, ਚਾਹੇ ਉਹ ਵਿੱਦਿਆ ਦਾ ਹੈ, ਚਾਹੇ ਵਾਤਾਵਰਨ ਦਾ ਹੈ, ਜਾਂ ਸ਼ਰਾਬ ਦਾ ਹੈ, ਜਾਂ ਹੋਰ ਕਈ ਬਹੁਤ ਹੀ ਵਿਸ਼ੇ ਜਿਹੜੇ ਕਿ ਸਾਡੇ ਇਸ ਵੇਲੇ ਚਿੰਤਾ ਦਾ ਕਾਰਨ ਬਣੇ ਨੇ ਕੌਮ ਵਾਸਤੇ। ਜੇਕਰ ਇਸੇ ਤਰ੍ਹਾਂ ਹਰ ਜਥੇਬੰਦੀ ਨੂੰ, ਹਰ ਕੋਈ ਸੰਪਰਦਾ ਨੂੰ, ਸਿੰਘ ਸਭਾ ਨੂੰ, ਜਾਂ ਜੋ ਵੀ ਸਾਡੇ ਮੇਨ ਸੰਸਥਾਵਾਂ ਹੈਗੀਆਂ, ਸੋ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਥੱਲੇ ਕੋਈ ਐਸਾ ਕੋਈ ਗਠਨ ਹੋ ਜਾਵੇ ਕਿ ਹਰ 10-10 ਕਿਲੋਮੀਟਰ, 20-20 ਕਿਲੋਮੀਟਰ ਜਿੰਨੀ ਸਮਰੱਥਾ ਕੋਈ ਰੱਖਦਾ ਹੈ, ਉਹਨਾਂ ਏਰੀਆ ਉਸ ਜ਼ਿੰਮੇ ਪਾਇਆ ਜਾਵੇ ਕਿ ਤੁਸੀਂ ਇਸ ਏਰੀਏ ਦੇ ਵਿੱਚ ਹੀ ਰਹਿਣਾ, ਤੇ ਇਸ ਏਰੀਏ ਦੇ ਵਿੱਚ ਜਿਹੜੀਆਂ ਵੀ ਕਮੀਆਂ ਪੇਸ਼ੀਆਂ, ਉਹ ਚਾਹੇ ਵਿੱਦਿਆ ਦੀ ਹੈਗੀ ਹੈ, ਚਾਹੇ ਵਾਤਾਵਰਨ ਦੀ ਹੈਗੀ ਹੈ, ਚਾਹੇ ਉਹ ਕੋਈ ਪੱਤਪੁਣੇ ਦੀ ਹੈਗੀ ਹੈ, ਚਾਹੇ ਨਸ਼ੇ ਦੀ ਹੈਗੀ ਆ, ਸ਼ਾਇਦ ਉਹ ਨੇੜੋਂ ਹੋ ਕੇ ਉਹ ਜ਼ਿਆਦਾ ਕੰਟਰੋਲ ਕਰਕੇ ਜ਼ਿਆਦਾ ਵਧੀਆ ਸੇਵਾ ਕਰ ਸਕਦਾ ਹੈ। ਕਿਉਂਕਿ ਜੇ ਆਪਾਂ ਬਾਹਰ ਜਾਵਾਂਗੇ, ਬਾਹਰਲੇ ਖੇਤਰ ਅਸੀਂ ਜਾਵਾਂਗੇ, ਚੱਕਰ ਲਾ ਲਾਂਗੇ, ਪਰ ਉਹ ਜਿਹੜੀ ਪ੍ਰਾਪਤੀ ਹੈਗੀ ਉਹ ਸ਼ਾਇਦ ਉਹਦੇ 'ਚੋਂ ਪੂਰੀ ਨਾ ਹੋ ਸਕੇ। ਸੋ ਇਸ ਤਰੀਕੇ ਨਾਲ ਕੋਈ ਵਿਚਾਰ ਕੀਤੀ ਜਾਵੇ ਵੀ ਹਰ 10, 15, 20 ਕਿਲੋਮੀਟਰ ਕੋਈ ਨਾ ਕੋਈ ਜ਼ਰੂਰ ਗੁਰਮੁਖ ਪਿਆਰਾ ਭਾਵਨਾ ਵਾਲਾ ਬੈਠਾ ਹੁੰਦਾ ਹੈ। ਸੋ ਉਹਦੀ ਭਾਵਨਾ ਨੂੰ ਸਮਝ ਕੇ ਜਿਹੜੀ ਵੀ ਉਹ ਭਾਵਨਾ ਨਾਲ ਸੇਵਾ ਕਰਨ ਦੀ ਸਮਰੱਥਾ ਰੱਖਦਾ ਹੋਵੇ, ਉਸੇ ਨੂੰ ਉਹ ਸੇਵਾ ਦਿੱਤੀ ਜਾਵੇ। ਉਹ ਆਪਣੇ ਪ੍ਰਬੰਧ ਆਪ ਕਰੇ ਵੀ ਕਿਸ ਤਰ੍ਹਾਂ ਕਰਨਾ ਸੰਗਤਾਂ ਵੱਲੋਂ ਨਾ ਪਿੱਛੇ ਕਮੀ ਹੈ, ਨਾ ਹੋਣੇ ਤੇ ਨਾ ਆਉਣੇ ਸਮੇਂ ਵਿੱਚ ਰਹਿਣੀ ਹੈ। ਕਿਉਂਕਿ ਸੰਗਤਾਂ ਨੂੰ ਇਹ ਪਤਾ ਲੱਗ ਜਾਏ ਕਿ ਸਾਡੀ ਜਿਹੜੀ ਦਸਵੰਧ ਹੈ ਬਿਲਕੁਲ ਸਹੀ ਲੱਗ ਰਿਹਾ, ਸਹੀ ਟਿਕਾਣੇ ਲੱਗ ਰਿਹਾ, ਤਾਂ ਸੰਗਤਾਂ ਨੇ ਕਦੀ ਵੀ ਗੁਰੂ ਦੀ ਬਖਸ਼ਿਸ਼ ਨਾਲ ਕਦੀ ਨਾ ਨਹੀਂ ਕਦੀ ਹੋਈ। ਸੋ ਐਸੇ ਮਤਲਬ ਕਿਉਂਕਿ ਦਾਸ ਤੋਂ ਬਹੁਤ ਮੈਂ ਅੱਗੇ ਬੇਨਤੀ, ਮੈਂ ਮਾਫੀ ਚਾਹਾਂ ਕਿ ਮੈਂ ਕੋਈ ਵਿਚਾਰ ਦੇਣ ਵਾਲਾ ਕੋਈ ਮੇਰੀ ਕੋਈ ਐਸੀ ਤਾਂ ਨਹੀਂ ਗਈ, ਇੱਕ ਨਿਮਾਣਾ ਸੇਵਾਦਾਰ ਗੁਰੂ ਘਰ ਦਾ ਹੋਣ ਨਾਤੇ ਤੇ ਮੈਂ ਦਰਅਸਲ ਬੇਨਤੀ ਮੈਨੂੰ ਦਰਸ਼ਕ ਤੌਰ ਤੇ ਸੱਦਿਆ ਕਰੋ, ਮੈਂ ਪੰਡਾਲ 'ਚ ਬਹਿ ਕੇ ਵਚਨ ਸੁਣ ਸਕਾਂ, ਪਰ ਇਹ ਹੁਕਮ ਕਰਦੇ ਵੀ ਨਹੀਂ ਤੁਸੀਂ ਜ਼ਰੂਰ ਆਉਣਾ ਹੈ। ਸੋ ਇਸੇ ਸਮੇਂ ਜਦੋਂ ਸਮਾਂ ਸੀ ਖਾਲਸਾ ਕਾਲਜ ਹੋਂਦ ਵਿੱਚ ਆਏ, ਉਹਨਾਂ ਸਕੂਲਾਂ ਵਿੱਚੋਂ, ਖਾਲਸਾ ਸਕੂਲਾਂ ਵਿੱਚੋਂ ਜਿਹੜੇ ਬੱਚੇ ਪੜ੍ਹ ਕੇ ਹੁਣ ਭਾਵੇਂ ਉਹ ਬੜੇ ਬੜੇ ਅਹੁਦਿਆਂ 'ਤੇ ਗਏ ਨੇ, ਪਰ ਉਹਨਾਂ ਦੇ ਵਿੱਚ ਉਹ ਚਿੜਕ ਜ਼ਰੂਰ ਹੈਗੀ ਸਿੱਖੀ ਦੀ, ਤਾਂ ਕਿ ਸਾਨੂੰ ਉਹ ਜਿਹੜੀ ਪੇਂਦ ਲੱਗੀ ਸੀ ਉਹ ਹੁਣ ਵੀ ਉਹ ਸਾਨੂੰ ਦਿਸ ਰਹੀ ਹੈ। ਜਨਰਲ ਸਾਹਿਬ ਵੀ ਦੱਸਿਆ ਖਾਲਸਾ ਸਕੂਲ 'ਚ ਪੜ੍ਹੇ ਨੇ। ਸੋ ਜਿਹੜੀ ਪੇਂਦ ਸ਼ੁਰੂ ਤੋਂ ਲੱਗ ਜਾਣੀ ਉਹ ਹਮੇਸ਼ਾ ਜੀਵ ਦੇ ਨਾਲ ਰਹਿੰਦੀ ਹੈ। ਡਾਕਟਰ ਖੜਸੋਣਾ ਨੇ ਜੋ ਪਰਉਪਕਾਰ ਕੀਤੇ ਨੇ, ਜਾਂ ਹੁਣ ਜੋ ਪਰਉਪਕਾਰ ਹੋ ਰਹੇ ਨੇ, ਇਹ ਸਦੀਵੀ ਸਾਡੇ ਐਸੀਆਂ ਰੂਹਾਂ ਸਤਿਗੁਰੂ ਜੀ ਬਖਸ਼ਿਸ਼ ਕਰਦਾ ਹੈ। ਸੋ ਪੇਂਦ ਜਿਹੜੀ ਉਹ ਸ਼ੁਰੂ ਤੋਂ ਲੱਗਣੀ ਚਾਹੀਦੀ, ਜ਼ਰੂਰੀ ਲੱਗਣੀ ਚਾਹੀਦੀ ਆ, ਭਾਵਨਾ ਨਾਲ ਲੱਗਣੀ ਚਾਹੀਦੀ ਆ, ਤਾਂ ਹਮੇਸ਼ਾ ਉਹ ਪਰਉਪਕਾਰੀ ਜੀਵਨ ਬਣ ਕੇ ਤੇ ਕੌਮ ਦੀ, ਸਮਾਜ ਦੀ ਸੇਵਾ ਕਰਦਾ ਹੈ। ਹਰ ਧਰਮ ਦਾ ਸਤਿਕਾਰ ਕਰਨਾ ਫਰਜ਼ ਹੈ, ਪਰ ਵਿਸ਼ਵਾਸ ਆਪਣੇ ਧਰਮ ਵਿੱਚ ਰੱਖਣਾ ਉਹ ਵੀ ਬਹੁਤ ਜ਼ਰੂਰੀ ਹੈਗਾ ਹੈ। ਕਿਉਂਕਿ ਸਤਿਕਾਰਯੋਗ ਸਾਰੇ ਧਰਮ ਹੁੰਦੇ ਨੇ, ਪਰ ਇੱਕ ਤੇ ਓਟ ਮਾਨੋ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ। ਸੋ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਤੇ ਹਰ ਮਤਲਬ ਧਰਮ ਦਾ ਸਤਿਕਾਰ ਕਰੋ। ਓਟ, ਆਸਰਾ, ਵਿਸ਼ਵਾਸ, ਦ੍ਰਿੜ ਨਿਸ਼ਚਾ ਇੱਕ ਅਕਾਲ ਪੁਰਖ ਵਾਹਿਗੁਰੂ ਆਪਣੇ ਧਰਮ ਤੇ ਰੱਖੋ, ਤਾਂ ਕਿ ਸਾਨੂੰ ਸਿਹਤ ਚੰਗੀ ਮਿਲ ਜਾਂਦੀ ਹੈਗੀ ਆ। ਸੋ ਗੁਰਬਾਣੀ, ਜਿਹੜਾ ਗੁਰਬਾਣੀ ਨਾਲ ਜੁੜ ਗਿਆ, ਮੇਰਾ ਖਿਆਲ ਉਹਨੂੰ ਬਾਹਰੋਂ ਕਿਸੇ ਨੂੰ ਕੋਈ ਪ੍ਰਚਾਰ ਦੀ, ਕਿਸੇ ਨੂੰ ਦੱਸਣ ਦੀ, ਕਿਸੇ ਨੂੰ ਗਾਈਡ ਲੈਣ ਦੀ ਕੋਈ ਬਹੁਤ ਹੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਗੁਰਬਾਣੀ ਕਿ ਸਾਨੂੰ ਇੱਕ ਸਿੱਧਾ ਰਸਤਾ ਦੱਸ ਰਹੀ ਹੈ, ਤੇ ਗੁਰਬਾਣੀ ਨੇ ਉਹੀ ਕਾਰਜ ਕਰਾਉਣੇ ਨੇ ਜਿਹੜੇ ਕਿ ਸਤਿਗੁਰੂ ਨੂੰ ਭਾ ਗਏ। ਜਿਹੜਾ ਗੁਰਬਾਣੀ ਨਾਲ ਜੁੜ ਗਿਆ, ਸਭ ਤੋਂ ਵੱਡਾ ਮੇਨ ਮਸਲਾ ਜਿਹੜਾ ਗੁਰਬਾਣੀ ਨਾਲ ਹੈਗਾ, ਗੁਰਬਾਣੀ ਨਾਲ ਜੁੜਨਾ ਬਹੁਤ ਲਾਜ਼ਮੀ ਹੈ। ਗੁਰਬਾਣੀ ਤੋਂ ਬਾਹਰ ਜਾ ਕੇ ਅਸੀਂ ਕੋਈ ਵੀ ਕਾਰਜ ਕਰਾਂਗੇ ਉਹ ਸ਼ਾਇਦ ਅਧੂਰਾ ਹੋਵੇਗਾ। ਜੇ ਗੁਰਬਾਣੀ ਨਾਲ ਜੁੜ ਕੇ ਕਰਾਂਗੇ ਤਾਂ ਗੁਰਬਾਣੀ ਸਾਨੂੰ ਸੇਧ ਮਿਲੇਗੀ। ਸੋ ਸਤਿਗੁਰੂ ਕਿਰਪਾ ਕਰੇ, ਵੀਸੀ ਸਾਹਿਬ ਬੈਠੇ ਨੇ, ਹੋਰ ਸ਼ੇਰਗਿੱਲ ਜੀ ਬੈਠੇ ਨੇ, IAS ਅਫਸਰ ਬਹੁਤ ਬੈਠੇ ਨੇ, ਬਹੁਤ ਇੱਕ ਤੋਂ ਇੱਕ ਚੜ੍ਹਦੀਆਂ ਵਾਲੀ ਅਵਸਥਾ ਹੈਗੀ ਆ। ਸੋ ਮੈਂ ਬਹੁਤਾ ਸਮਝਦਾ ਵੀ ਮੈਂ ਇਹਦੀਆਂ ਮਹਾਨ ਸ਼ਖਸੀਅਤਾਂ ਵਿੱਚ ਬਹੁਤਾ ਸਾਹਮਣੇ ਰਹਿਣਾ ਠੀਕ ਨਹੀਂ ਸਮਝਦਾ। ਅਰਦਾਸ ਕਰਨਾ ਸਤਿਗੁਰੂ ਚਰਨਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਕਿ ਅਕਾਲ ਪੁਰਖ ਵਾਹਿਗੁਰੂ ਸਾਨੂੰ ਸਮੱਤ ਬਖਸ਼ੇ ਤੇ ਸਾਨੂੰ ਚੰਗੀ ਲੈਣ, ਚੰਗੀ ਦਿੱਖ, ਚੰਗੀ ਸਿਹਤ ਬਖਸ਼ੇ, ਤਾਂ ਕਿ ਅਸੀਂ ਸਮਾਜ ਦੀ, ਕੌਮ ਦੀ, ਦੇਸ਼ ਦੀ ਸੇਵਾ ਕਰ ਸਕੀਏ, ਤਾਂ ਕਿ ਸੱਚੇ ਪਾਸੇ ਇਹਦੇ ਵਿੱਚ ਹੀ ਭਲਾ ਹੈਗਾ ਹੈ। ਜਿਨ੍ਹਾਂ ਗੁਰਮੁਖਾਂ ਨੇ ਇਹ ਸੇਵਾ ਨਿਭਾ ਰਹੇ ਨੇ, ਇਹ ਬੱਚੇ ਸੰਭਾਲ ਰਹੇ ਨੇ, ਬੀਬੀ ਜੀ ਪ੍ਰਿੰਸੀਪਲ ਸਾਹਿਬ, ਹੋਰ ਬਹੁਤ ਗੁਰਮੁਖ ਪਿਆਰੇ ਇਹ ਐਸੀ ਸੇਵਾ ਨਿਭਾ ਰਹੇ ਨੇ। ਅਕਾਲ ਪੁਰਖ ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਬਾਕੀ ਜੋ ਵੀ ਸੇਵਾ ਸਤਿਗੁਰੂ ਬਖਸ਼ੇ ਸਾਨੂੰ, ਅਸੀਂ ਥੋੜ੍ਹਾ ਬਹੁਤ ਚੌਕੀਦਾਰ ਅੱਗੇ ਵੀ ਕਰ ਰਹੇ ਹਾਂ। ਆਉਣ ਵਾਲੇ ਸਮੇਂ ਅਰਦਾਸ ਕਰੋ ਹੋਰ ਜਿਹੜਾ ਇਸ ਪਾਸੇ ਚੌਕੀਦਾਰ ਚੱਲਦਾ ਰਹੇ ਤੇ ਸੇਵਾ ਹੁੰਦੀ ਰਹੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਕੀਨੋਟ ਐਡਰੈਸ ਆਪ ਦੇ ਸਾਹਮਣੇ ਰੱਖਣਗੇ। ਉਸ ਤੋਂ ਪਹਿਲਾਂ ਇੱਕ ਲਾਈਨ ਦਾ
छोटा जिहा ख्याल जो है मैं दस रहा सी विच रह गया कोर्स करदियां कि सिख एजुकेशन या गुरु साहब की एजुकेशन का जिहड़ा बनिया ये दूसरी एजुकेशन नालों वख क्यों बनिया, एक सवाल पैदा होया सी पिछे जे। तो वो मैं दो लफ्ज़ां विच क्लीयर कर दियां कि गुरु नानक के आगमन तो पहला जिहड़ी एजुकेशन सी वो एक लिमिटेड दायरे दे विच महदूद सी और वो जिहड़ी सी वो आम जनता तक नहीं सी पहुँचती। ये एक इजारेदारी सी चाहे दोनों मजहबां दे विच दोनों समाजां दे विच, लेकिन गुरु नानक ने आके ये इजारेदारी तोड़ी और वो एजुकेशन उन्होंने शुरू की जिहड़ी जिन्हों अज के लफ्ज़ विच आपां जनता कहते हैं, आम लोग या उस वक्त जिहड़ी 90-95% पॉपूलेशन सी उसनूं एड्रैस किया। ये है फर्क उस वेले दा ते हुण दा। वो एजुकेशन एक एलाइट किस्म की सी, ये एक जनतक किस्म की, ताकि हर कोई बंदा उस लैवल तक पहुँच सके। ये है पुरानी एजुकेशन और सिख एजुकेशन या गुरु एजुकेशन है, उसके विच जो फ़र्क है ये है जो बेनती है। हूँ मैं प्रभजोत कौर जी को बेनती करना कि वो अपना की नोट एड्रैस आपके सामने रखें। वाहिगुरू जी का खालसा वाहिगुरू जी की फतेह। मेरी ड्यूटी लगी है कि अज के सैमीनार की शुरुआत की जाए। की नोट एड्रैस जो मुख जो विचार हैं जो गुरु साहब ने विद्या बारे दिते। मैं अपने पेपर की शुरुआत की है। थोरो एंड एमरसन दो अमेरिकन फिलोसफर सन, दोनों हार्वर्ड यूनिवर्सिटी के ओल्ड स्टूडेंट सन, एलमनाई सन। एक बार इकट्ठे बैठे गल्लां कर रहे सी तो एमरसन ने कहा कि बाय नाउ यूनिवर्सिटी हैज़ ऑल द ब्रांचेस ऑफ नॉलेज। जिसके जवाब में थोरो ने कहा ब्रांचेस आर फाइन बट वॉट अबाउट द रूट्स। सब तो बड़ा क्वेश्चन साढ़े सामने अज ये है कि बहुत एजुकेशन का फैलाव हो गया, थां तो यूनिवर्सिटीज़, थां तो कॉलेजेस, बहुत ब्रांचेस ऑफ एजुकेशन है, बट वेयर आर द रूट्स। असी रूट्स देखनी है। द ग्रेट इंटेलेक्चुअल स्ट्रक्चर दैट वी हैव बिल्ट, it certainly needs a foundation which is strong enough to bear the weight of the superstructure. A line in Gurbani says, "पेड़ मुंडा हूँ कट्टिया तिस डाल सुकंदे"। जे दरखत की जड़ कट्टी जाएगी, जड़ सुक जाएगी तो डालां अते टहनियां अते फुल बहुत ही देर तक हरे नहीं रह सकते। अज असी देखना है कि साडी विद्या की जड़ कित्थे खड़ी है। A tree cut off from its roots cannot have healthy branches and leaves. They are bound to wither and die away with time. That the great intellectual structure we have built all over has started withering away for want of energy only roots can provide is clear from the state of the society we are witnessing today. Too much stress on rationalism and professional and vocational education after the Industrial Revolution, while ignoring the other higher dimensions of man, has proved to be detrimental to all round human progress. असी जड़ा वाल ख्याल नहीं किया, केवल प्रोफैशनल भाषा, प्रोफैशनल ज्ञान प्राप्त करके असी पैसा कमा के समझते हैं बहुत एजुकेशन का प्रसार हो गया, पर ऑल राउंड ह्यूमन प्रोग्रेस नहीं हो रही। इस बारे कोई शक वाली गल नहीं। Isn't it a paradox that so many institutions engaged in the task of education, but we find ourselves in the midst of a crisis where everything appears to be falling apart and where the center does not appear to hold. When a society is shaken by a crisis, it is taken as a sign of the breakdown of education system. Clearly, there is something wrong with the educational structure that we have built, and we have to find ways to remedy whatever wrong has been done by ignoring the higher purpose of life. Man, with his intellectual prowess, has taken unprecedented leaps to find his path along the ways that have remained untrodden till recently. He has found himself a place of pride in the field of science and technology. Science and technology ਵਿੱਚ बड़ी तरक्की कर ਲਈ, पर आनंद की अवस्था, खुशी की अवस्था जो हर मनुख का मुढ़ला एम है, वो असी
नहीं प्राप्त कर सके. In these days of cutthroat competition where excellence and perfection are the key words, the youth find itself in a tight spot and is constantly in a state of stress. No wonder the books on self-development find a ready market with them. This indicates the amount of pressure on the young men and women aspiring for success in a climate where only the best can survive. Living in stressful situations for long has certainly been detrimental to the physical and mental well-being of the young people. An increasing number of young patients in the psychiatry wards of the hospitals, which increases manifold during examination days, bears testimony to the fact that something very vital and significant is missing in today's system of education, and it is in the fitness of things that some thought is given to find stress-free ways by which young men can accomplish the best they are capable of. It is possible only if deep thought is given to education system so as to find ways which can help the youth in development of an integrated outlook, the only way to lead a happy and fruitful life, which is the purpose of all education. Today's seminar is an effort towards that end. इतनी साइंटिफिक तरक्की के बाद भी जो मनुख को खुशी नहीं मिल सकी तो उसका की कारण है? कोई शक वाली गल नहीं कि ਅਸੀਂ ठीक प्रकार की एजुकेशन नहीं दे रहे. किहो जी एजुकेशन देनी बनती है वो तरीके ਲੱਭਣ ਲਈ ਉਸ ਬਾਰੇ ਵਿਚਾਰ ਕਰਨ ਲਈ ਅਸੀਂ ਅੱਜ ਦਾ ਸੈਮੀਨਾਰ ਕਰ ਰਹੇ ਹਾਂ. The word education has its roots in Latin word educatio, which means to bring out. The purpose of education is to bring out the best that is there in man and bring him to the point of perfection that is his natural destiny. मनुख बनिया ही इसलिए है, मन तो जोत स्वरूप है, अपना मूल पहचान, अपनी अंतली जो डेस्टिनी है उस तक पहुँचे. जो एजुकेशन उसनों अपनी नेचुरल डेस्टिनी तक नहीं पहुँचा सकती, उस एजुकेशन का कोई फायदा नहीं. The word perfection in educational parlance is the goal of actualizing the highest human potential. Perfection दो तरह से समझ रहे हैं. Perfection in metaphysical sense is the realization of soul's perfect nature, and at the empirical level, दुनियावी level, the concept of perfection is to address the various human problems the human beings encounter while living in society. Education that does not help a common man equip himself for the struggles of life is of no use. Man is a multi-dimensional personality. A good education system should pay attention to all human dimensions: intellectual, physical, moral, emotional, social and spiritual. Guru Nanak took steps to give the right kind of education to the people of his time. For him, education was a manifestation of the perfection already in man. He was of the opinion that inherent perfection of man will spontaneously manifest itself when external and internal obstacles are removed with the help of a teacher. Guru Nanak साहब की समझ कि एजुकेशन किਵੇਂ प्राप्त की जा सकती है. मनुख सुभावक ही अपनी अंतली डेस्टिनी पे पहुंचना चाहता है, पर कुछ रुकावटें हैं जो उस रस्ते में खड़ी हैं, इंटरनल एंड एक्सटर्नल. एक्सटर्नल ऑब्सटिकल्स की हैं समाजिक ना बराबरी. कुछ लोगों को विद्या का अधिकार प्राप्त होना, कुछ लोगों को ना प्राप्त होना. जिवें पहले सी कि केवल ब्राह्मण ही है जो एजुकेशन प्राप्त कर सकता है, शूदर एजुकेशन नहीं प्राप्त कर सकता. सो दीज आर एक्सटर्नल ऑब्स्टिकल्स in the form of the dissemination of education, in the form of economic inequality and social inequalities, जिथे समाजिक ना बराबरी. These are the external obstacles. And internal obstacles की हैं ਜਦੋਂ ਅਸੀਂ ਵਹਿਮਾਂ ਅਤੇ ਭਰਮਾਂ ਵਿੱਚ ਫਸ ਜਾਂਦੇ ਹਾਂ. ਬਾਹਰੋਂ ਜਿੰਨੀਆਂ ਮਰਜ਼ੀ ਓਪਰਚੁਨਿਟੀਜ਼ ਮਿਲੀਆਂ ਹੋਣ, ਜੇ ਅਸੀਂ ਵਹਿਮ ਅਤੇ ਭਰਮ ਵਿੱਚ ਅਸੀਂ ਆਪਣੇ ਫਸ ਗਏ, ਆਪਣੇ ਦਿਮਾਗ ਨੂੰ ਵਿਕਸਿਤ ਨਹੀਂ ਕਰ ਸਕੇ, ਤੇ ਬਾਅਦ ਦੀ ਐਜੂਕੇਸ਼ਨ ਹੈਲਪ ਨਹੀਂ ਕਰ ਸਕਦੀ. ਸੋ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੋਨੋਂ ਆਬਸਟੀਕਲਸ ਨੂੰ, ਇੰਟਰਨਲ ਐਂਡ ਐਕਸਟਰਨਲ ਆਬਸਟੀਕਲਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ. ਗੁਰੂ ਨਾਨਕ ਐਂਡ ਹਿਸ 9 spiritual successors made concerted efforts towards achieving the goal of removing both internal and external obstacles that stand in the way of their aim of integrated development of personality. The Gurus believed that while the system should help by providing adequate opportunities to common man, it should also remove the evils and the superstitions that stand in the way of a person building a healthy,
frame of mind. The Gurus not only theorized these ideas, केवल theory करके गल्लां नहीं कीतियां, उन्होंने practical steps लए. Practical steps किवें लए? गुरु नानक साहब ने 4 उदासियां कीतियां. Took 4 journeys throughout the world to enlighten the minds of the people. Though his travels are called udasi in common Sikh parlance. ਅਸੀਂ ਆਮ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਕੀਤੀਆਂ. ਉਦਾਸੀ ਦਾ ਮਤਲਬ ਕੀ ਹੈ? ਇਸ ਦੁਨੀਆ ਤੋਂ ਉਦਾਸ ਹੋ ਗਏ, ਇਸ ਦੁਨੀਆ ਤੋਂ ਕਿਨਾਰਾ ਕਰ ਲਿਆ. ਉਦਾਸੀ ਦਾ ਮਤਲਬ ਇਹ ਹੈ. ਬੇਸ਼ੱਕ ਇਹਨਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ. ਦੇ ਆਰ ਇਨ ਨੋ ਵੇ ਉਦਾਸੀਜ਼ ਇਨ ਦਾ ਆਰਡੀਨਰੀ ਸੈਂਸ ਆਫ ਦਾ ਵਰਡ, where it means being a recluse or a mendicant. His travels were like the travels of a serious businessman whose mind was, क्योंकि उस समय या व्यापारी सफ़र करते सी, बिजनेस ਲਈ ਜਾਂਦੇ ਸੀ, ਉਹਨਾਂ ਦਾ ਇੱਕ ਆਬਜੈਕਟ ਸੀ. ਵਪਾਰੀਆਂ ਦੀ ਤਰ੍ਹਾਂ ਉਹਨਾਂ ਨੇ ਸਾਰੇ ਸੰਸਾਰ ਦਾ ਭਰਮਣ ਕੀਤਾ, ਪਰ ਪਰਪਸ ਪੈਸਾ ਕਮਾਉਣਾ ਨਹੀਂ ਸੀ. His mind was fixed on one object. His objective was to impart education to the people in a way that they realize their inner potential to the highest level. Guru Nanak was aware of the inequality of the educational opportunities which were available only to the selected few. ये मैं already explain कर चुकी हूँ, so I'll move further. Guru Nanak believed that a true teacher is one who has the capacity to come down to the level of his students. एक अच्छा अध्यापक बच्चों के लैवल पर आके गल करता है. इस काम लिए पहला काम उन्होंने की किया कि सिक्ख्या मदर टंग में उपलब्ध करवाई ताकि आम लोग समझ सकन. उस समय का सारा ज्ञान संस्कृत भाषा में उपलब्ध सी जिसनों पढ़न की आम मनुखों को आग्या नहीं सी. सो सब तो पहला काम उन्होंने की किया कि मदर टंग में उन्होंने education दी. Modern day educational policy makers should likewise strive to make it imperative that mother tongue be the medium of all instruction. A message मिलता है सानू. गुरु नानक साहब जिथे भी गए उन्होंने लोगों नाल उन्हां दी लैंग्वेज, उन्हां दे मीडियम ते उन्हां दी भाषा विच गल कीती. ये फार्मर, ट्रेडर या किसान जिस नाल भी गल कीती उस दी भाषा दे विच गल कीती. He went to the extent of dressing up the way people of the area dressed up. ਉੱਥੋਂ ਦੇ ਲੋਕਾਂ ਦਾ ਕੱਪੜੇ ਵੀ ਉੱਥੋਂ ਦੇ ਡਰੈਸਅਪ ਵੀ ਉਸ ਤਰ੍ਹਾਂ ਹੁੰਦੇ ਸੀ ਤਾਂ ਕਿ ਪੀਪਲ ਵੁੱਡ ਡਿਵੈਲਪ ਇਮੀਡੀਏਟ ਰੈਪੋਰਟ ਵਿਦ ਦੈਮ, ਇਮੀਡੀਏਟ ਇੰਸਟੈਂਟ ਰੈਪੋਰਟ ਵਿਦ ਹਿਮ, ਤਾਂ ਕਿ ਸੋ ਇਸ ਤਰ੍ਹਾਂ ਆਈਡੈਂਟੀਫਾਈ ਕਰਦੇ ਸੀ ਆਪਣੇ ਆਪ ਨੂੰ. so that they identified themselves with him and developed an instant rapport with him. Proper communication between the teacher and the taught was very important to him. This made him a very popular and beloved teacher. Guru Nanak addressed not only the physical concerns of man, he reached out to the innermost self of his pupils. Music being the language of the soul, he made music the vehicle of his thought. उसने गुरु नानक साहब ने लोगों की आत्मा तक गल करनी सी. आत्मा तक गल करन लई ਜ਼ਰੂਰੀ ਸੀ ਕਿ ਆਤਮਾ ਦੀ ਭਾਸ਼ਾ ਵਿੱਚ ਗੱਲ ਕੀਤੀ ਜਾਵੇ ਤੇ ਆਤਮਾ ਦੀ ਭਾਸ਼ਾ ਹੈ ਮਿਊਜ਼ਿਕ. His soulful renderings of Gurbani in different measures of classical music brought about an inner rhythm and peace and made an immediate effect on his pupils, and their personalities underwent a total metamorphosis. So totally personality change हो गई. It was not only music that the Guru thought to be important part of education of a man. All fine arts and other crafts too were considered an integral part of education. Setting up bazaars of different trades in Amritsar not only improved the economy of the city but also gave encouragement to the skilled craftsmen. Fine arts on the walls of Harmandir Sahib stands witness to the aesthetic tastes in the Sikh tradition. For Guru Nanak, a teacher must know the strengths and weakness of his pupils. जानना अध्यापक लिए बच्चों को जानना बहुत जरूरी है. 100 200 की क्लास के विच अध्यापक 15-20 मिनट या आधा घंटा 1 घंटा लैक्चर करके आ जाए, उस तो पता भी ना हो कि विद्यार्थी कितने हैं कितने नहीं, तो ये कोई वधिया तरीका नहीं है एजुकेशन का. विद्यार्थियों की स्ट्रेंथ और वीकनेस पता होनी बहुत ज़रूरी है. एक साखी आती है सिख इतिहास के सिख ट्रेडिशन के जिसकी मैं गल करांगी कि गुरु नानक साहब किमें अपने विद्यार्थियों की स्ट्रेंथ और वीकनेस समझते सी. भूमिया भगत की कहानी साखी वाल मैं रेफर करना चाहांगी. चोर सी, एक भूमिया चोर सी. गुरु नानक साहब ने सारे भैड़े पासों हटा के चंगे पासे लगाने लिए आए सी.
गुरु नानक साहब ने समझाया कि बेटा चोरी करनी अच्छी नहीं होंगी, चंगा मॉरली अपराइट जिंदगी जियो। तो भूमिया बड़ा ऑनेस्ट सी, कहन लगा सच्चे पातशाह मैं चोरी तो नहीं छड़ सकता, खुद जो कहो कर लवांगा, चोरी नहीं छड़ सकता। गुरु नानक साहब ने कहा ठीक है कर ले चोरी। ही न्यू हिज वीकनेसेस एंड स्ट्रेंथ्स। स्ट्रेंथ ये है कि जो उन्हें प्रॉमिस कर लिया पूरा करना है, वीकनेस ये है कि चोरी नहीं छड़ सकता। तो गुरु नानक साहब कहना है भी तो एक प्रॉमिस कर, झूठ नहीं बोलना और दूसरा नमक हराम नहीं करना। कहना जी ठीक है ये मैं कर लवांगा, झूठ नहीं बोलांगा पर चोरी नहीं छड़ सकता। भूमिया चोरी करन लग गया, सारा माल बन गया तो देखा कि एक बोरी भी कुछ पिया, उन्हें क्या खा लवा भुख लग गई, हूँ कोई नमक निकलिया, नमक मूँह च पा लिया। हूँ प्रॉमिस किया गुरु साहब नाल कि नमक हराम नहीं करना, नमक खा लिया तो हम चोरी करनी नहीं, इस घर का समान छड़ के तुर पिया। बाहर निकलिया तो पहरेदार ने पूछा कौन है बई, कहना जी मैं चोर हाँ। पहरेदार हस पिया भी कोई इदा भी होंगे अपने आप को आप ही कही जाए मैं चोर हाँ, उन्हें जान दिता। सो पॉइंट की है कि भूमिया गुरु साहब ने चोरी तो हटा दिता, ਉਹਦੀ ਵੀਕਨੈਸ ਤੇ ਉਹਦੀ ਸਟਰੈਂਥ ਨੂੰ ਸਮਝ ਕੇ। ਸੋ ਇਟਸ ਵੈਰੀ ਇੰਪੋਰਟੈਂਟ ਫॉर ਅ ਟੀਚਰ ਟੂ ਥੋਰਲੀ ਨੋ ਅ ਸਟੂਡੈਂਟ ਹਿਸ ਸਟਰੈਂਥਸ ਐਂਡ ਵੀਕਨੈਸਸ। ਗੁਰੂ ਨਾਨਕ ਆਫਨ ਇੰਗੇਜਡ ਹਿਮਸੈਲਫ ਇਨ ਡਾਇਲੌਗ। ਇੱਕ ਹੋਰ ਤਰੀਕਾ ਸੀ ਉਹਨਾਂ ਦਾ ਸਿੱਖਿਆ ਦੇਣ ਦਾ, ਡਾਇਲੌਗ, ਗੱਲਬਾਤ ਕਰਕੇ, ਲੈਕਚਰ ਕਰਕੇ ਨਹੀਂ, ਲੈਕਚਰ ਝਾੜ ਕੇ ਨਹੀਂ ਜਿਵੇਂ ਅਸੀਂ ਕਰਦੇ ਹਾਂ ਘੰਟਾ ਘੰਟਾ ਲੈਕਚਰ ਬੋਲ ਕੇ ਆ ਜਾਂਦੇ ਆ, ਬੱਚਿਆਂ ਨੂੰ ਕੁਝ ਸਮਝ ਆਏ ਜਾਂ ਨਾ ਆਏ। ਉਹ ਡਾਇਲੌਗ ਨਾਲ ਗੱਲ ਕਰਦੇ ਸੀ, ਸਿੱਧਾ ਨਾਲ ਡਾਇਲੌਗ। ਉਹਨਾਂ ਦੀ ਸਿੱਧ ਗੋਸ਼ਟ ਇੱਕ ਬੜੀ ਵੈਲ ਨੋਨ ਬਾਣੀ ਹੈ ਜਿਸ ਵਿੱਚ ਸਾਨੂੰ ਦੱਸਿਆ ਗਿਆ ਕਿ ਕਿਵੇਂ ਡਾਇਲੌਗ ਵਿੱਚ ਇੰਗੇਜ ਕਰਨਾ ਹੈ। Guru Nanak's way of teaching was so interesting and dramatic that even his adversaries could not help listening to his logical arguments very carefully. हरिद्वार गए, ड्रामा किया, पानी उल्टे पासे पाना शुरू कर दिता। वैसे लोगों ने सुनना नहीं सी, लोग आप चल के आगे भी ये की कर रहे हैं। कुरुक्षेत्र गए तो सोलर एक्लिप्स के समय ये वहम सी कि मीट नहीं बनाना, तो उन्होंने स्टार्टेड कुकिंग नॉन वेजिटेरियन फूड एंड सो ऑन एंड सो फॉर्थ। So that was his way of teaching. He made his teaching, he's made his lessons interesting in a dramatic way. और लॉजिक बड़ा सी उन्होंने विच गुरबाणी दी तुक है, जे मुहाका कर्म है कर्म पितरी दे, अगे बस सयानी है पितरी चोर करे, वड्डी है हथ दलाल कै मुसफी ये करे, नानक अगे सू मिले जे खट्टे काले दे। इन्हां लाइनां दा भाव समझण दी लोड़ है। ये देखण लई कि गुरु नानक साहब किवें लॉजिक दिंदे सी। उस समय एक विश्वास सी, अज भी ये विश्वास है, अज भी लोग श्राद्ध करते हैं अपने मरियां दे नाम, पितरां दे नाम ते दान करते हैं, सब कुछ करते हैं। पर गुरु नानक साहब ये दसना चाहते हैं भी ये दान अगे नहीं पहुँचता, पर लोगों को कॉन्ट्राडिक्ट नहीं कर रहे। एक मिनट लिए ही एग्रीड टू एग्री विद समथिंग दैट ही डिड